क्या मैं ही गाऊंगा? तुम नहीं गाओगी? ਤੇ ਫਰੀਦ ਇੰਜ ਕਰਕੇ ਖੁਦਾ ਦੀ ਕਸਮ ਸਹੇਲ ਨੇ ਸ਼ੋਅ ਲਾਇਆ ਤੇ ਉਹਦੇ ਚੋਂ ਮੇਰਾ ਇੱਕ ਸ਼ੇਰ ਆਇਆ, मेरी माँ को गिनती आज भी नहीं आती, कहते बंद कर। 1 2 3 ਮੂੰਹ ਦੱਸ ਕੇ ਆ 13 1500 ਉਹ ਆਏ ਨੇ ਤੇ ਹੁਣ ਉਹ ਬੈਠੇ ਤੇ ਗਾਣਾ ਉਹ ਲੱਗਾ ਹੋਇਆ ਕਿ ਟੁੰਮ ਟੁੰਬਾ ਟੁੰਬੋ ਟੁੰਬੋ। अस्सलाम वालेकुम नाज़रीन, टी टाइम में खुश आमदीद। मैं ऐसे ताड़ी बनती सी कि नहीं? मैं आप लोगों का अपना फैसल रामे और आप देख रहे हैं टी टाइम विदाउट उस्ताद मोहतरम। यार आ ना क्या करो यार, उस्ताद मोहतरम सारी साडे नाल ही नित सबरा किथे आ दस किथे इतना याद ना करो, आई जाने गले चुप वापस। कर जा। मैं जानवर कह रहा हूं कि अज मैनू सच्ची मुची उस्ताद मोहतरम बहुत याद आ रहे। मैनू पता नहीं की लगता कि अगे मैं की कर देना है यार। मैनू उस्ताद जी दे नाल इन्ना इश्क है, ਵਿਛੋਣੀ ਵਿਛਾ ਦਈਏ ਜੇ ਕੋਈ ਐਸਾ ਰਿਸਕ ਵਾਲਾ ਮਾਮਲਾ ਹੈ ਤਾਂ। जी तो उस्ताद जी अल्लाह रहम करे कोई बीमार ਤੁਸੀਂ ਕਹਿ ਰਹੇ ਹੋ ਕਿ ਮੈਂ ਪਤਾ ਨਹੀਂ ਕੀ ਕਰ ਦੇਣਾ। नहीं नहीं ऐ नहीं अल्लाह पेश जिन्ना तुसी उस्ताद जी ने इश्क करदे ना, किते इश्क च तुसी ਉਹਦੇ 4 ਪੀਸ ਕਰ ਦੇਣੇ ਐਂ यार तू के सच्ची मुची मैनू इंज ही लगदा मेरा उस्ताद मेरे नाल ऐ मेरा उस्ताद ही है। ਇੱਕ ਮਿੰਟ ਯਾਰ ਮੇਰੀ ਗੱਲ ਸੁਣੋ, ਇਹ ਉਸਤਾਦ ਵਾਲੀ ਗੇਮ ਨਹੀਂ ਹੈਗੀ। ਭਾਵੇਂ ਇਹਦੀ ਸ਼ਰਟ ਦੇ ਉੱਤੇ ਨਾ ਆ ਸਟicker ਫੈਲ ਗਿਆ। हाँ ओही ਆ ਨਿਸ਼ਾਨ ਚੈੱਕ ਕਰੋ। मैनू ना उस्ताद जी याद आ ਓਏ ਜ਼ਬੰਬਿਆ ਮੈਂ ਤੈਨੂੰ ओ गंदे मैं ना इस्त्री कर रहा सी, उस्ताद जी की याद आ रही सी ते इस्त्री लग गई, टैटू मिट गए, सारी कालग लग गई। लेकिन कोई मसला नहीं, झिड़कां ते ओह जड़ियां पैंदियां रहिंदियां बेगम को, क्योंकि आप इस्त्री ਇਹ ਨਾ ਅਸਲ 'ਚ ਗੱਲ ਪਤਾ ਕੀ ਹੈ, ਮੈਨੂੰ ਇੱਕ ਸ਼ੇਰ ਯਾਦ ਆ ਗਿਆ ਮੀਆਂ ਮੁਹੰਮਦ ਬਖਸ਼ ਸਾਹਿਬ ਦਾ। ਉਹ ਕਹਿੰਦੇ ਨੇ ਕਿ ਚਿੱਟੀ ਚਾਦਰ ਬਬਲਾਂ ਵਾਲੀ ਇਹਨੂੰ ਦਾਗ ਨਾ ਲਾਵੀਂ ਜਣਿਆ, ਰੋਜ਼ ਹਸ਼ਰ ਨੂੰ ਫੇਰ ਨਾ ਆਖੀਂ, ਹਾਏ ਰੱਬਾ ਕੀ ਬਣਿਆ। ਵਾਹ ਵਾਹ बिल्कुल ठीक है। ਇਹ ਜਿਹੜਾ ਕਲਾਮ ਹੈ ਨਾ, ਇਹ ਕਿਤੇ ਹੋਰ ਲੈ ਜਾਂਦਾ। ਹਾਂਜੀ ਵਿੱਚ ਇਦਾਂ ਹੀ ਸ਼ਾਇਦ ਮੈਂ ਕਿਹਾ ਕਵੇ ਕਿ ਕਲਰ ਘਰ ਲੈ ਗਏ। ਨਹੀਂ ਭਾਜੀ ਕਲਾਮ ਹੋਰ ਆ ਉਹ ਵੀ ਦੇ ਦਿਓ। ਯਾਰ ਸੱਚੀ ਮੁੱਚੀ ਹੈ ਮਤਲਬ ਮੈਂ ਲਾਸਟ ਟਾਈਮ ਜਦੋਂ ਮੈਂ ਸੁਣਦਾ ਹੁੰਦਾ ਨਾ ਰਾਤ ਨੂੰ ਅਕਸਰ ਹੈਂਡ ਫ੍ਰੀ ਲਗਾ ਕੇ ਤੇ ਮੈਂ ਕਿਤੇ ਹੋਰ ਦਾ ਹੋਰ ਹੀ ਚਲੇ ਜਾਂਦਾ ਵਾਂ। ਲੇਕਿਨ ਫਰੀਦ ਸਾਹਿਬ ਮਾਸ਼ਾਅੱਲਾ ਆਵਾਜ਼ ਦਾ ਐਡਵਾਂਟੇਜ ਲੈ ਜਾਂਦੇ ਭਾਈ। ਹਾਂਜੀ ਤੇ ਮਾਸ਼ਾਅੱਲਾ ਸ਼ਾਇਰੀ ਵੀ ਅੱਛੀ ਕਰਦੇ ਨੇ, ਆਵਾਜ਼ ਵੀ ਇਹਨਾਂ ਦੀ ਅੱਛੀ ਹੈ, ਕਰਦੇ ਰਹਿਣਾ ਚਾਹੀਦਾ। ਅੱਛਾ ਹੁਣ ਪਤਾ ਕੀ ਹੋ ਰਿਹਾ, ਫੈਸਲ ਦੇ ਕੋਲ ਸ਼ੋਅ ਹੱਥੀ ਨਹੀਂ ਆਣ ਡਿਆ। ਆ ਲੈ ਆਏਗਾ ਉਹ ਤੇ ਗ੍ਰਿਪ ਛੱਡ ਹੱਥ ਦੀ ਗੱਲ ਨਾ ਕਰ। ਅਸੀਂ ਕੈਜੂਅਲ ਜੇ ਬੈਠੇ ਆ ਯਾਰ, ਅਕਸਰ ਲੋਕ ਪਤਾ ਕੀ ਕਹਿੰਦੇ ਨੇ, ਯਾਰ ਥੱਲੇ ਬਹਿ ਕੇ ਕਰਨ ਦੇ ਨੇ, ਇਹਨਾਂ ਨੇ ਕੀ ਕਰਨਾ, ਇਹ ਉਹ ਫਲਾਂ ਟਮਕਾਉਂ ਜੀ, ਆ ਕੇ ਮੂੰਹ ਚੁੱਕ ਕੇ ਬਹਿ ਜਾਂਦੇ ਨੇ, ਇਹ ਉਹ ਮੂੰਹ ਨਹੀਂ ਧੋਂਦੇ ਯਾਰ। ਉਸਤਾਦ ਜਾਨੀ ਕਿ ਸ਼ਹਜ਼ਾਦੇ। ਕੀ ਬਾਤ ਹੈ। ਮੈਂ ਆਪਣੇ ਉਸਤਾਦ ਮੁਹਤਰਮ ਨੂੰ ਇੱਕ ਗਾਣਾ ਡੈਡੀਕੇਟ ਕਰਾਂਗਾ। ਉਹਨੂੰ ਫੋਨ ਤੇ ਕਰਦੀ ਉਹ ਸਾਰ ਨੂੰ WhatsApp ਤੇ ਵੌਇਸ ਕਰਦੀ ਉਹ ਇੱਧਰ ਵੌਇਸ ਮੈਸੇਜ ਤੇ ਬਹੁਤ ਅੱਛੀਆਂ ਬੀਸਾਂ ਲਾ ਕੇ ਨਾ ਕੱਲ ਤੇ ਗਾਲਨ ਦੇ ਯਾਰ ਭਾਈ। ਚਲੋ ਭਾਜੀ ਚਲੋ ਜੀ ਗਾ ਲਓ ਹੁਣ। ਲੈ ਆਓ ਆਤਿਸ਼ ਗਾਓ। ਖੈਰ ਯਾਰ ਓਹ ਲਾ ਵੀ ਹੱਥ ਰੱਖ ਲੈ ਯਾਰ, ਦੀ ਕਢੋਲੀ ਗਾਉਣ ਲੱਗੇ ਯਾਰ ਜੀ ਮਿੱਠਾ ਭਾਈ ਜੀ ਮਿੱਠਾ ਬੇਸਿਕ ਤੌਰ ਤੇ ਨਹੀਂ ਗਾਣਾ ਮਿੱਠਾ ਛੱਡੋ ਗਾਣਾ ਇਸ ਤੋਂ ਬਾਅਦ ਮਿੱਠੇ ਦੀ ਗੱਲ ਯਾਦ ਸ਼ੋਅ ਬੋਲੇ। ਅੱਛਾ यार तुसी एंकर हो पाए नु कर तो ਤੁਹਾਨੂੰ बार-बार टोका, आप अपनी मर्जी से सोच लें। ओके तेरे बिना जिंदगी से कोई शिकवा तो नहीं, शिकवा नहीं।
शिकवा नहीं, ਹੈਲੋ ਜੀ ਹਾਥੀਆਂ ਦੇ ਹਾਥੀ ਕੋ ਕਤਲ ਹੋ ਗਿਆ शिकवा नहीं, वाह वाह ਕੰਮ ਜਗਾਈਏ तेरे बिना जिंदगी भी लेकिन जिंदगी तो नहीं, जी में आता है तेरे दामन पे सर झुका के सनम, ਹੈਲੋ ਜੀ ਹਾਏ ਹਾਏ रोते रहे मेरी भी आंखों में आंसुओं की ਹਾਏ ਹਾਏ नमी तो नहीं है, ਨਹੀਂ ਨਹੀਂ से शिकवा। ਐ ਲੱਗਦਾ ਵੀ ਕੁਮਾਰ ਸਾਨੂੰ ਸਾਰਿਆਂ ਨੂੰ ਮਖੀਲ ਲੜਿਆ ਹੈ ਅੱਛਾ ਜੀ ਮਿੱਠਾ ਜੀ ਤੁਸੀਂ ਮਿੱਠੇ ਦੀ ਗੱਲ ਉਸਤਾਦ ਜੀ ਨੂੰ ਗਾਣਾ ਯਾਰ ਉਸਤਾਦ ਨੂੰ ਡੈਡੀਕੇਟ ਕਰ ਹਾਂ ਬੈਠੇ। ਜ਼ਰੂਰੀ ਹੈ ਯਾਰ ਤੁਸੀਂ ਜਿੱਦਾਂ ਸਾਜ ਨੂੰ ਯਾਦ ਕਰਨ ਦੇ ਬੰਦੇ ਇਹ ਡਰ ਪੈ 5 ਦਿਨਾਂ ਬਾਅਦ ਨਾ ਵਾਪਸ ਆ ਜਾਓ ਇੱਕ ਤਾਂ ਸੁੱਖ ਦਾ ਸਾਹ ਆਇਆ ਵਾ ਭਾਈ ਆਹੋ ਉੱਤੇ ਨਿਛਾ ਪਾਗਲ ਹੋ ਜਾਣਾ ਉਸਤਾਦ ਨੂੰ ਇਹਦਾ ਨਾ ਯਾਦ ਕਰੋ ਭਾਜੀ ਕਿਤੇ ਫਲੈਟ ਫੜ ਕੇ ਨਾ ਜਾਣਾ ਇੰਜੋਏ ਕਰੋ ਤੇ ਤੁਸੀਂ ਆਪਣਾ ਵੀ ਇੰਜੋਏ ਕਰੋ ਮਿੱਠਾ ਜੀ ਉਹ ਸੁਣਾਓ ਚੜ ਕੇ ਓ ਜਾਬੋ ਦੀ ਕੋਈ ਮੋੜ ਲਿਆ ਬੋ ਓ ਮੇਰੇ ਨਾਲ ਗਿਆ ਅੱਜ ਲੜ ਕੇ ਸਾਜੀ ਲੜ ਕੇ ਨਹੀਂ ਗਏ ਇੱਥੋਂ ਤੇਰਾ ਗਾਣਾ ਵਗਦਾ ਵਾ ਸਾਲਿਆ ਉਦਾਂ ਸਿੱਧਾ ਕਹਿ ਜਾਵੋ ਨਹੀਂ ਇਹ ਤੂੰ ਉਦੋਂ ਕਹਿੰਦਾ ਸੀ ਵੀ ਇਹ ਤੂੰ ਬਾਜ਼ਾਰ ਦੀ ਘੜੋਲੀ ਤੇ ਆਪ ਕੀ ਕਰਨ ਦੇ ਨਹੀਂ ਉਹਨਾਂ ਦਾ ਕੁਮਾਰ ਸਾਨੂੰ ਸਾਹਿਬ ਵਾਲਾ ਐਕਸ਼ਨ ਆ ਨਾ ਓਏ ਉਸਤਾਦ ਨੂੰ ਕੁਝ ਡੈਡੀਕੇਟ ਕਰਨਾ ਤੇ ਉਸਤਾਦ ਜੀ ਨੂੰ ਕਰਨਾ ਡੈਡੀਕੇਟ ਤੂੰ ਰਹਿਣ ਦੇ ਇਹਦੇ ਨਾਲ ਤੂੰ ਕੋਈ ਮਲਕ ਸਾਨੂੰ ਸੁਣਾ ਦੇ ਸਾਨੂੰ ਚੱਲ ਓਏ ਜਾਬੋ ਦੀ ਕੋਈ ਮੋੜ ਲਿਆ ਓ ਮੇਰੇ ਨਾਲ ਗਿਆ ਅੱਜ ਲੜ ਕੇ ਮੈਂ ਤੈਨੂੰ ਕਿਹਾ ਓਏ ਲਾ ਕਰਕੇ ਜੇ ਆ ਜੈ ਸੋਣਾ ਦੇ ਜਾਨ ਕਦਮਾਂ ਵਿੱਚ ਤਰ ਕੇ ਇਹ ਮਿੱਠਿਆ ਛੱਲਾ ਬੇਰੀ ਓਏ ਭੂਲੇ ਵੇ ਬਦਲ ਮਾਹਿਲਾ ਧੂਲੇ ਤੇ ਮਾਂ ਮਟਦੀਆਂ ਛਾਵਾਂ ਵਿੱਚ ਮਾਂ ਮਟਦੀਆਂ ਛਾਵਾਂ ਓ ਛੱਲਾ ਗਲ ਦੀ ਗਾਨੀ ਛੱਲਾ ਗਲ ਦੀ ਗਾਨੀ ਛੱਲਾ ਗਲ ਦੀ ਗਾਨੀ ਵੇ ਪੁੱਤਰ ਮਿੱਠੜੇ ਮੇਵੇ ਓਏ ਲਾਗੇ ਦੀ ਜਾਗੇ ਤੇ ਮਾਂ ਚੱਕ ਕੇ ਮਿੱਠੇ ਛਾਵਾਂ ਓਏ ਪੁੱਤਰ ਮਿੱਠੜੇ ਮੇਵੇ शुरू तो ਬਸ ਕਰ ਇਹ ਤੇਰੀ ਸਮਝ ਨਹੀਂ ਆਉਂਦੀ ਮਨੇ ਉਸਤਾਦ ਹੋਰ ਦੂਰ ਜਾਈ भाई ਜਾਂਦੇ Once more, एक once रिक्वेस्ट more. है ए क्या सिर्फ मेरी ओ सुना अपना है एक सपना संग जीना मरना है बाहों में आ जाओ सपनों में ਲਾਈਟਾਂ ਬੰਦ ਕਰਾ ਦਾਂ जाओ। आगे सुनना आगे ਮੈਂ ਕਿਹਾ ਲਾਈਟਾਂ ਬੰਦ ਕਰਾ ਦਾਂ ਹੈ नहीं गई आगे सुनना सर आगे आवाज क्या मैं ही गाऊंगा तुम नहीं गाओगी यार आपने मजा ला 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 खुदी ला ला तोड़ती ਯਾਰ ਉਸ ਬੰਦੇ ਨੇ ਬੜੇ ਦਰਦ ਲੱਗਿਆ ਅੰਜਲੀ ए कितना क्या ਅੰਜਲੀ नहीं नहीं यार ला ਯਾਰ ਜੋ ਵੀ ਹੈ ਯਾਰ ਸੁਨੀਲ ਸੇਠੀ ਸਾਹਿਬ ਇੱਕ एक ना ਯਾਰ ਉਹ ਬੜਾ ਫੈਨ ਸੀ ਤੁਸੀਂ ਇਹ ਕਿਹੜੀ ਗੱਲ ਕਰ ਰਹੇ ਸੀ ਕਿਹਨੇ ਕਿਹਾ ਵੀ ਥੱਲੇ ਬਹਿ ਕੇ ਸ਼ੋਅ ਕਰਦੇ ਯਾਰ ਫਰੀਦ ਨੂੰ ਅਕਸਰ ਕਹਿੰਦੇ ਨੇ ਇਹ ਨਾ ਅਕਸਰ ਲੋਕਾਂ ਦੀ ਸੋਚ ਹੈ ਕਿ ਮਤਲਬ ਜਿਹੜੇ ਲੋਕ ਵੱਡਿਆਂ ਸੈੱਟਾਂ ਤੇ ਬਹਿ ਕੇ ਤੇ ਵੱਡਾ ਕੰਮ ਕਰਦੇ ਨੇ ਉਹ ਵੱਡੇ ਕੰਮ ਠੀਕ ਆ ਲੇਕਿਨ ਇਹ ਜਿਹੜਾ ਇਸ ਪਲੇਟਫਾਰਮ ਤੇ ਅਸੀਂ ਕੰਮ ਕੀਤਾ ਔਰ ਵੇਖਿਆ ਮੈਂ ਐਜ਼ ਅ ਵੀਵਰ ਇਹ ਗੱਲ ਕਰ ਸਕਣਾ ਵਾਂ ਕਿ ਅਸੀਂ ਥੱਲੇ ਬਹਿ ਕੇ ਬੜੇ ਬੜੇ ਉਤਲੇ ਲੈਵਲ ਦੇ ਅਲਹਮਦੁਲਿਲਾ ਸਾਡੀ ਟੀਮ ਨੇ ਕੰਮ ਕੀਤੇ ਇਹ ਅੱਲਾ ਦੀ ਮਦਦ ਦੇ ਨਾਲ ਅੱਲਾ ਦੀ ਰਹਿਮਤ ਦਾ ਕੋਈ ਇਹ ਦਾਵਾ ਨਹੀਂ ਲੇਕਿਨ ਵੈਸੇ ਗੱਲ ਕਰਨ ਦੇ ਕਿ ਲੋਕਾਂ ਨੇ ਇੰਨਾ ਪਿਆਰ ਦਿੱਤਾ ਇਹ ਥੱਲੇ ਬੈਂਡ ਦੇ ਨਾਲ ਲੋਕਾਂ ਨੇ ਸਿਰਫ ਸਾਡੀਆਂ ਗੱਲਾਂ ਸੁਣੀਆਂ ਵਾ ਲੋਕਾਂ ਵੇਖਿਆ ਕਿ ਯਾਰ ਇਹ ਮਿਹਨਤ ਕਰਦੇ ਫੈਸਲ ਰਾਮੇ ਸਾਹਿਬ ਦਾਨਿਸ਼ ਅब्बास ਮਿੱਠਾ ਪੁਰੀਆ ਜੇ ਕਿਤੇ ਕੋਈ ਦੁਨੀਆ ਤੇ ਨਾਮ ਅੱਲਾ ਨੇ ਬਣਾਏ ਨੇ ਨਾ ਅੱਲਾ ਦੀ ਮਦਦ ਨੇ ਸ਼ੁਕਰ ਨਾਲ ਤੇ ਉਹ ਇਸ ਤੋਂ ਵਾ ਕਿ ਯਾਰ ਇਹਨਾਂ ਨੂੰ ਇੱਥੋਂ ਹੀ ਭਾਗ ਲੱਗੇ ਨੇ ਇੱਥੋਂ ਹੀ ਅੱਲਾਹ ਤਾਲਾ ਨੇ ਇਹਨਾਂ ਨੂੰ ਇੱਜ਼ਤ ਦਿੱਤੀ ਚੱਲ ਬਾ ਠੀਕ ਆ ਪੱਕਾ ਹੈ ਤੈਨੂੰ ਕਿਹਾ ਕਿਸੇ ਨੇ ਕੱਢਿਆ ਤੈਨੂੰ ਕੱਢਣਾ ਕਿਸੇ ਨੇ ਤੂੰ ਨਹੀਂ ਮੈਨੂੰ ਤੇ ਟੈਨਸ਼ਨ ਫੇਰ ਤੂੰ ਕਾਹਦੀ ਟੈਨਸ਼ਨ ਲਈ ਮੈਂ ਤੈਨੂੰ ਮੈਸੇਜ ਸੁਣਾਇਆ ਜੋ ਵੀ ਇਹ ਮਿੱਠਾਪੁਰੀਆ ਇੱਕ ਮਾਸ਼ਾਅੱਲਾ ਜੀਨੀਅਸ ਆਦਮੀ ਜੀ ਮੇਰਾ ਫੇਵਰਿਟ ਓਹ आज तो ਕਿਉਂ बस खत्म अपनी ਵਜ੍ਹਾ ਤਾਂ ਪੁੱਛ ਲੈ क्यों ਉਹਨੇ ਹਟਣਾ ਹੀ ਨਹੀਂ ਮੈਂ ਹੀ ਬਾਜ਼ ਆ ਜਾਣਾ ਯਾਰ ਜਿੱਦਾਂ ਫਿਰ ਮਿੱਠਾਪੁਰੀਆ ਸਾਹਿਬ ਨੇ ਆਪਣੇ ਚਲੋ ਮੁਹੱਬਤ ਦਾ ਇਜ਼ਹਾਰ ਫੈਸਲ ਸਾਹਿਬ
ਮੇਰਾ ਦਿਲ ਕਰਦਾ ਦਾਨਿਸ਼ ਭਾਈ, ਦਾਨਿਸ਼ most decent person from among my team of our team. ਠੀਕ ਹੈ ਜੀ। ਇਹ ਦਾਨਿਸ਼ ਸਾਹਿਬ ਕੁਝ ਆਪਣੇ ਦਿਲ 'ਚ ਜੋ ਵੀ ਉਸਤਾਦ ਜੀ ਲਈ ਕੋਈ ਸ਼ੇਰ ਸੁਣਾ ਦਿਓ, ਕੋਈ ਗਾਣਾ ਸੁਣਾ ਦਿਓ, ਕੁਝ ਵੀ। जिसे सब दोस्तों ने गाना सुनाया, मैं भी गाने ही पेश करूंगा आपकी इजाजत से। ਜਿੱਦਾਂ ਦਾ ਸਾਰੇ ਨੂੰ ਸੁਣਾ। ਨਹੀਂ ਬਾਤ ਬਹੁਤ ਅੱਛੀ ਹੈ ਮਾਸ਼ਾਅੱਲਾ ਯਾਰ। ਇਹਨੇ ਮੈਂ ਡੈਫੀਨੇਟਲੀ ਇਹ ਗੋਡ ਗਿਫਟਡ ਹੁੰਦੇ ਆ। ਹਾਂਜੀ ਜਿਵੇਂ ਕਿ ਉਸਤਾਦ ਮੁਹਤਰਮ ਨੇ ਇੱਕ ਵਾਰੀ ਗੱਲ ਕੀਤੀ ਸੀ, ਇੱਕ ਰਾਤ ਤੋਤਾ ਨਾ ਉਹ ਤੇ ਬੋਲਦਾ ਹੀ ਬੋਲਦਾ ਹੈ, ਲੇਕਿਨ ਜਦੋਂ ਕਾਠਾ ਤੋਤਾ ਬੋਲਦਾ ਨਾ ਉਹ ਕਈ ਰਾਵਾਂ ਤੋਂ ਭਾਰੀ ਹੁੰਦਾ। ਨਹੀਂ ਮੇਰੇ ਇਹ ਰਾਹ ਵੀ ਨਹੀਂ ਨਾ ਗੁਜਰਾਂ ਦੇ ਵਿੱਚੋਂ ਕਾਮੇਡੀਅਨ ਆ, ਅਨਮੋਲ ਗੋਡ ਗਿਫਟਡ। ਯਾਰ ਤਾਂ ਗਾਣਾ ਸੁਣਾਉਣਾ, ਗਾਣਾ ਹੀ ਸੁਣਾਉਣ ਲੱਗਾ ਵਾ। ਚੱਲ ਕਰੋੜ ਫਸਿਆ ਬਹੁਤ ਯਾਰ ਦਾਨਿਸ਼। ਪਾਣੀ ਗਰਾਲੇ ਗੁਰੂ ਦੇ ਕਰ ਲੈ ਭਾਈ। ਨਹੀਂ पहली बार आप लोग बड़े लोग हैं सारे बैठे हुए। वाह 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 जी जी प्लीज जी इरशाद। ਇਹ ਮੇਰੇ ਕੋਲ ਖਾ ਲਾ ਹੁਣ, ਤਕੀਦ ਧਾਗੇ ਨਾਲ ਰੋਕਣਾ ਪੈਣਾ ਹੀ ਨਾ ਯਾਰ ਵਿੱਚ ਨਾ हाँ ठीक है। मंजिल है अपनी। ओ लूट लिया भाई, लूट लिया। जफ्फी कुट के जे पावे एक बार गुजरा, सारी जिंदगी रवांगी ताबेदार गुजरा। मेरे 10 सेकंड भुलिया मेरा की कसूर है? ਰਾਤ ਹੋਤੇ ਵਾਲੀ ਤੇ ਗਾਡੇ ਵਾਲੀ ਮਿਸਾਲ ਦਿੱਤੀ ਉਹ, ਹੁਣ ਸੁਣ ਪਿਓ ਦਾ ਤੇ ਸੁਣ ਛੱਡ ਦੇ ਯਾਰ। ਨਹੀਂ ਯਾਰ ਹੂੰ ਤੇ ਐ ਕੀਤਾ ਸੀ ਜਿਵੇਂ ਹਰੀ ਹਰ ਭੁਲਾ ਦੇਣਾ। मेरा अभी complete, अब बड़े लोग हैं ਬਸ ਕੰਪਲੀਟ ਹੋ ਗਿਆ ਇਹਨਾਂ ਦੀ ਬਹੁਤ ਆ ਡੈਡੀ। यार मैनू छेड़िया ना करो या मेरा सुनिया। ਜਾ 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 ਨਹੀਂ ਲਓ ਭਾਈ ਜੀ। ਫੈਸਲ ਹੂੰ ਤੇ ਤੂੰ ਏਦਾਂ ਕੀਤਾ ਸੀ ਜਿਵੇਂ ਹਰੀ ਹਰ ਨੂੰ ਭੁਲਾ ਦੇਣਾ ਤੈਨੂੰ। ਥੋੜੀਆਂ ਜੁਦਾਈਆਂ ਇੱਕ ਪਾਸੇ ਯਾਰ ਮਿੱਠੇ ਭਾਈ ਫਰੀਦ, ਜਿਹੜੀ ਮੈਂ ਜੁਦਾਈ ਲੈ ਕੇ ਜਲੂਮਾਂ 'ਚ ਵੀ ਰੋਂਦਾ ਰਿਹਾ। ਉਸਤਾਦ ਦੀ ਵਜ੍ਹਾ ਤੋਂ। ਹਾਂਜੀ तेरी ते जुदाई दियां कहानियां नाल YouTube पर ही पई है। ਉਹ ਯਾਰ ਨਹੀਂ ਉਸਤਾਦ ਦੀ ਵਜ੍ਹਾ ਤੋਂ ਆਇਆ। ਹਾਂਜੀ ਇਹ ਸੈਲਰੀ ਮਿਲਦੀ ਨਹੀਂ ਤੈਨੂੰ? ਹੈ ਦੇਤੀ ਆ ਸੈਲਰੀ, ਉਹਦੇ ਮੁਹੱਬਤ ਬਹੁਤ ਆ, ਉਹਨੇ ਬਾਅਦ ਨਾਲ ਗਾਣਾ ਗੁੰਗੁਣਾਉਂਦਾ ਰਿਹਾ ਸਾਰੀ ਦਿਹਾੜੀ ਫਰੀਦ ਭਾਈ। ਉਹ ਨਾ ਸੁਣਾ ਦੇ ਹੁਣ ਉਹ ਡਾਂਸ ਕਰਦੀ ਪਈ। ਦਾਨਿਸ਼ ਨੂੰ ਲੜਿਆ ਕਾਫੀ ਦਿਨਾਂ ਓਏ ਉਸਤਾਦ ਜੀ ਟਰਾਲੀ ਤੇ ਦਵਾਈ ਨਹੀਂ ਗਏ। ਆ ਬੀਪ ਲਾ ਦੀ ਭਾਵੇਂ ਆ ਯਾਰ ਕੀ ਯਾਰ ਕਰ ਦੋ ਸਲੋ ਹੈ ਯਾਰ। ਉਹ ਉਸਤਾਦ ਜੀ ਕਿਤੇ ਪੈਲੀਆਂ 'ਚ ਬੈਠੇ ਆ। ਉਹ ਮੈਂ ਨਿਕਲਾ ਗੱਡੀ ਲੈ ਕੇ ਉਹ ਹੀ ਹਨਾ। ਨਹੀਂ ਨਹੀਂ ਐਡੀ ਤੇਜ਼ ਗੱਡੀ ਆ। ਚੱਲ ਕਿੰਨਾ ਏਡੀ ਤੇਜ਼ ਗੱਡੀ। ਹੋ ਲਾ 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 ਲਾ। ओह वाह वाह। ਛੱਲੀ ਵਾਂਗਰਾਂ ਜੁਦਾਈ। ਮੈਨੂੰ ਕੋਰ ਖਾਣੀ ਵਾਹ ਵਾਹ। ਭਾਈ ਮੇਰੇ ਲੱਤਾਂ ਨਹੀਂ ਨਹੀਂ ਯਾਰ ਲੱਖ ਦੀ ਆਵਾਜ਼ ਆ। ਛੱਲੀ ਵਾਂਗਰਾਂ ਜੁਦਾਈ। ਉਹ ਕਰਾਟੇ ਵਾਲੇ ਨੇ ਗਲਾ ਲਾਇਆ ਹੁੰਦਾ ਕਿਤੇ ਹਜ਼ਾਕ ਕਰਕੇ ਹੁੰਦੀ। ਯਾਰ ਠਹਿਰ ਜੋ ਹੋ ਜੇ ਇੱਕ ਮਿੰਟ, ਮੈਂ ਸ਼ੁਰੂ ਹੋਇਆ ਮੈਂ ਇਹ ਸਟੈਪ ਵਾਈਜ਼ ਸਰ। ਛੱਲੀ ਵਾਂਗਰਾਂ ਜੁਦਾਈ ਮੈਨੂੰ ਪੁਰ ਪੁਰ ਖਾ ਗਈ, ਤੇਰੇ ਵੇਰੇ ਵੇ ਪਿਆਰ ਚ ਤੇਰੇ ਮੇਰੇ ਵੇਰੇ ਵੇ ਪਿਆਰ ਵਿੱਚ ਦਰਾੜ ਤਾਂ ਨਹੀਂ ਆ ਗਈ। ਨਹੀਂ ਕਾਲੂ ਭਾਈ ਇਹਨੂੰ ਵਾਜ਼ਿਆ ਕਰੋ, ਤੇਰੇ ਵੇਵੇ ਵੇਰੇ ਕੀ ਸੀ? ਤੇਰੇ ਮੇਰੇ ਪਿਆਰ ਚ ਦਰਾੜ ਤਾਂ ਨਹੀਂ ਆ ਗਈ। ਸ਼ਾਇਰ ਸੇ ਮੁਰਾਦ ਤੇਰੇ ਮੇਰੇ ਪਿਆਰ ਚ ਦਰਾੜ। ਲੇਕਿਨ ਜੋ ਵੀ ਹੈ ਯਾਰ ਕੀ ਬਾਤ ਹੈ ਯਾਰ ਸੁਣਿਆ ਨਹੀਂ ਤੁਸੀਂ ਪੂਰਾ ਗਾਣਾ ਯਾਰ। ਯਾਰ ਨਹੀਂ ਵੀ ਹੈ, ਇਹਦਾ ਦਿਲ ਹੀ ਮਤਲਬ ਟੁੱਟ ਯਾਰ ਗਿਆ ਕਿਸੇ ਦਾ। ਤੁਸੀਂ ਸਾਰੇ ਹੀ ਉਸਤਾਦ ਨੂੰ ਮਿਸ ਕਰਨ। ਹਾਂਜੀ ਨਹੀਂ ਤੂੰ ਵੀ ਕਰ ਰਹੇ ਹੈ ਬਹੁਤ ਕਿੰਨਾ ਕੁ ਮਿਸ ਕਰ ਰਹੇ? ਤੂੰ ਮਿਸ ਨਹੀਂ ਕਰ ਰਿਹਾ, ਤੂੰ ਮਿਸ ਕਰਤਾ ਵਾ। ਹੋ ਗਏ ਦੁਨੀਆ ਤੋਂ ਪਾਸੇ, ਉਹ ਬਸ ਕਰ। ਹੋ ਗਏ ਦੁਨੀਆ ਤੋਂ ਪਾਸੇ, ਐਵੇਂ ਮਰੋੜ ਹੀ ਨਾ ਜਾਈ। ਚੰਨਾ ਦੂਰ ਹੁੰਦਾ ਹੁੰਦਾ ਉਥੋਂ ਸ਼ਾਇਦ ਲੈ ਕੇ ਆਈ। ਚੰਨਾ ਦੂਰ ਹੁੰਦਾ ਯਾਰ ਅੱਛਾ ਬੇਸਿਕ ਤੌਰ ਤੇ ਨਾ ਮੈਂ ਇੱਕ ਫਰੀਦ ਸਾਹਿਬ ਨਾਲ ਗੱਲ ਕਰਨ ਜਾ ਰਿਹਾ। ਇੱਕ ਕੌਮ ਹੈਗੀ ਹੈ ਕਿਹੜੀ? ਜਿਨੇ ਯਾਰ ਚੰਦ ਲੋਕ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਬਦਨਾਮ ਕਰਤਾ। ਓਏ ਹੋਏ ਮੈਨੂੰ ਪਤਾ ਲੱਗ ਗਿਆ। ਕਿਹੜੀ ਕੌਮ? ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ।
ਯਾਰ ਖਾਨ ਸਾਹਿਬ ਲੋਕ ਵੱਡੀ ਦੁਨੀਆ ਹੈ। ਅਹਿਸਾਸ ਭੁਲਾਈ ਖਾਣਾ ਪੀਣਾ ਲੋਕ ਸਿੱਖ ਰਹੇ ਨੇ ਯਾਰ ਉਹਨਾਂ ਕੋਲ, ਓਏ ਖੁਰਾਕ ਆਲਾ, ਹਾਏ ਡਰੈਸਿੰਗ ਆਲਾ, ਹਾਏ ਲੇਕਿਨ ਵਿੱਚ ਚੰਦ ਕੁ ਲੋਕ ਐਸੇ ਨੇ ਜਿਨ੍ਹਾਂ ਨੇ ਯਾਰ ਖਰਾਬ ਕਰਤਾ ਸਿਸਟਮ। ਹਾਂ ਵਾਹ 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 ਯਾਰ ਫਰੀਦ ਸਾਬਰੀ ਸਾਹਿਬ ਮੈਨੂੰ ਗੇੜਾ ਹੋਇਆ ਜਿਹੜਾ, ਓਏ ਓਏ ਫੇਰ ਹੋ ਗਿਆ ਤੈਨੂੰ ਮੈਂ ਦੱਸਾਂ ਤੂੰ ਹੈਰਾਨ ਰਹੀ, ਕੀ ਹੈ ਚਾਲ ਚੌਂਕ 'ਚ ਓਏ 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 ਮੈਂ ਆਪਣੀ ਰੂਟੀਨ ਦੇ ਨਾਲ ਇੱਕ ਦੁਕਾਨ ਤੇ ਰੁਕਿਆ ਵਾਂ ਚਾਲ ਤੇ ਚੌਂਕ 'ਚ, ਮੋਟਾ ਪਰਾਠੇ ਵਾਲਾ ਹੈਗਾ ਸਾਡਾ, ਉਹਦੇ ਕੋਲ ਮੈਂ ਰੁਕਿਆ ਵਾਂ, ਸਲਾਮ ਦੁਆ ਲਈਏ ਤੇ ਇੱਕ ਕਰੈਕਟਰ ਨੇ ਮੈਨੂੰ ਵੇਖਿਆ, ਮੈਨੂੰ ਕਹਿੰਦਾ ਕੀ ਕਹਿੰਦਾ, ਉਹ ਬਸ ਭਾਈ ਕੀ ਹੋ ਗਿਆ? ਮੈਂ ਕਿਹਾ ਕੀ ਹੋਇਆ ਭਾਈ? ਉਹ ਬਸ ਏਡੇ ਵੱਡੇ ਤੁਸੀਂ ਨਹੀਂ ਹੋਏ, ਇਹ ਕੀ ਕਰਦੇ ਪਏ ਹੋ ਤੁਸੀਂ? ਮੈਂ ਕਿਹਾ ਹਾਂ ਸਰ ਕੀ ਹੋਇਆ? ਉਹ ਬਸ ਕੁਛ ਨੀ। ਅੱਲਾ ਤੁਹਾਨੂੰ ਦਵੇ ਭਾਈ ਹੋਰ। ਮੈਂ ਕਿਹਾ ਹੋਇਆ ਕੀ? ਉਹ ਬਸ ਭਾਈ ਜੀ ਬਸ ਫੈਸਲ ਸਾਹਿਬ ਅੱਲਾ ਭਾਈ ਤੁਹਾਨੂੰ ਦੇਵੇ ਬਸ easy। ਮੈਂ ਕਿਹਾ ਖਾਨ ਸਾਹਿਬ ਹੋਇਆ ਵੀ? ਸਲਾਮ ਦਾ ਜਵਾਬ ਹੀ ਨਹੀਂ ਦਿੱਤਾ ਤੂੰ। ਮੈਂ ਕਿਹਾ ਖਾਨ ਸਾਹਿਬ ਮੇਰਾ ਰੱਬ ਜਾਣਦਾ ਮੈਂ ਨਹੀਂ ਦੇਖਿਆ। ਉਹ ਤੁਸੀਂ ਕਦੋਂ ਦੇਖਦੇ ਹੋ? ਕਦੋਂ ਵੇਖਿਆ ਤੁਸੀਂ? ਬਲੀਵ ਕਰ ਫਰੀਦ, ਮੈਂ ਖੁਦਾ ਦੀ ਕਸਮ ਨਹੀਂ ਵੇਖਿਆ, ਨਾ ਮੈਂ ਨੋਟ ਕੀਤਾ। ਉਹਨੇ ਆ ਕੇ ਨਾ ਇੰਜ ਦੀ ਮੇਰੇ ਤੇ ਚੜਾਈ ਕੀਤੀ ਤੇ ਮੈਂ ਯਕਦਮ ਹੀ ਮੈਂ ਕਿਹਾ ਯਾਰ ਮੈਂ ਤੇ ਪ੍ਰੋਮਿਸ ਕੀਤੇ ਨੇ ਕਿ ਯਾਰ ਮੈਂ ਤੇ ਗਰੂਰ 'ਚ ਨਹੀਂ ਆਉਣਾ ਚਾਹੀਦਾ ਇਹ ਉਹ ਫਲਾਂ। ਮੈਂ ਮੇਰੇ ਦਿਲ ਨੂੰ ਖਿੱਚ, ਮੈਂ ਉਹਨੂੰ ਕਿਹਾ ਖਾਨ ਸਾਹਿਬ ਮੈਨੂੰ ਮਾਫ਼ ਕਰ। ਉਹ ਨਾ ਬਸ 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 ਬਸ। ਮੈਂ ਕਿਹਾ ਖਾਨ ਸਾਹਿਬ ਮੈਨੂੰ ਮਾਫ਼ੀ ਦੇ ਦਿਓ। ਮੈਂ ਕਸਮ ਗੌਰ ਨਹੀਂ ਕੀਤਾ, ਮੈਂ ਸ਼ਰਮਿੰਦਾ ਵਾਂ। ਤੇ ਮੈਨੂੰ ਕਹਿੰਦਾ ਅੱਜ ਨਹੀਂ ਮਾਫ਼ੀ ਹੋਣੀ। ਮੈਂ ਕਿਹਾ ਕਿੱਦਾਂ ਮਾਫ਼ੀ ਹੋਣੀ? 10 ਮਿੰਟ ਬਹੁਤ ਸਾਡੇ। ਮੈਂ ਕਿਹਾ ਹਾਂਜੀ ਖਾਨ ਸਾਹਿਬ। ਮੈਂ ਕਿਹਾ ਭਾਈ ਸਾਈਡ ਨਾਲ ਲਈ ਬਹਿ ਗਏ ਮੈਂ ਉਹਨੂੰ, ਕੀ ਖਾਣਾ ਪੀਣਾ ਫੈਸਲ ਸਾਹਿਬ? ਮੈਂ ਕਿਹਾ ਮੈਂ ਕੁਛ ਨਹੀਂ ਖਾਣਾ ਪੀਣਾ। ਕਹਿੰਦਾ ਅਸੀਂ ਖਾਣਾ। ਕਿਆ ਪਰੋਟਾ ਖਾਣਾ। ਮੈਂ ਕਿਹਾ ਹਾਂ ਸਰ ਆਰਡਰ ਲਓ, ਕੀ ਖਾਣਾ ਦੱਸੋ? ਓਏ ਮੋਟੇ, ਮੈਂ ਕਿਹਾ ਹਾਂ ਸਰ ਜੋ ਕਹਿੰਦੇ ਤੋ। ਆਂਡੇ ਵਾਲੇ ਪਰੌਠੇ ਲਵਾਏ ਉਸ ਭਾਈ ਨੇ, ਠੀਕ ਹੈ। ਲੱਸੀ ਪੈਕ ਕਰਾਈ, ਦਹੀਂ ਪੈਕ ਕਰਾਇਆ, ਦਹੀਂ ਉੱਥੇ ਆਇਆ। 2 ਕਰੈਕਟਰ ਹੁਣ ਜਾਣਦੇ ਨੇ, ਵੇਖਣਗੇ ਸ਼ੋਅ ਵੇਖਦੇ ਨੇ ਸਾਡਾ, ਮੈਨੂੰ ਨਹੀਂ ਕੋਈ ਟੈਨਸ਼ਨ। 2 ਕਰੈਕਟਰ ਜਾਣਦੇ ਨੇ, ਮੈਨੂੰ ਦੁੱਖ ਜਿੱਥੇ ਹੋਇਆ ਮੈਂ ਤੁਹਾਨੂੰ ਉਹ ਦੱਸਾਂਗਾ ਕਿ ਮੈਨੂੰ ਦੁੱਖ ਹੋਇਆ। 2 ਕਰੈਕਟਰ ਜਾਣਦੇ ਨੇ, ਫਰੀਦ ਸਾਹਿਬ ਉਹਨਾਂ ਨੂੰ ਵੀ ਬੁਲਾ ਲਿਆ। ਹਾਂਜੀ ਕਿੱਦਾਂ? ਉਹ ਫੈਸਲ ਪੁੱਤ ਕੀ ਹਾਲ ਹੈ? ਮੈਂ ਕਿਹਾ ਠੀਕ ਠਾਕ ਹੈ, ਆਓ ਬੈਠੋ। ਉਹਨੇ ਕਰੈਕਟਰਾਂ ਨੂੰ ਵੀ ਬਿਠਾ ਲਿਆ। ਹਾਂ 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 ਠੀਕ। ਸ਼ੁਰੂ ਹੋ ਗਏ, ਫਰੀਦ ਸਾਹਿਬ ਖਾਣ ਡੇ ਨੇ, ਮੈਂ ਨਹੀਂ ਅੱਲਾ ਦੀ ਕਸਮ ਰੋਕਿਆ। ਪੈਕ ਵੀ ਉਹਨਾਂ ਨੇ ਕਰਾਏ ਨੇ, ਲੱਸੀਆਂ, ਦੁੱਧ, ਦਹੀਂ, ਪਰਾਠੇ, ਇਹ ਸਾਰੇ ਜਿਹੜੇ ਪੈਕ ਕਰਾਏ ਆ, ਜੋ ਜੀ ਚ ਆਇਆ ਜਾਣ ਜੋ ਜੀ ਆਇਆ ਓਏ ਪੈਕ ਕਰਾਇਆ। 2300 ਤੇ ਕੁਛ ਰੁਪਈਏ ਬਣੇ ਫਰੀਦ ਸਾਹਿਬ ਉਸ ਬਿੱਲ। ਮੈਂ ਦਿੱਤਾ ਕੱਢ ਕੇ। ਮੈਂ ਕਿਹਾ ਕੋਈ ਮਸਲਾ ਨਹੀਂ, ਮੇਰੇ ਵੱਲੋਂ ਨਾ। ਮੈਂ ਕਿਹਾ ਯਾਰ ਉਸ ਬੰਦੇ ਦੀ ਦਿਲ ਸ਼ਿਕਨੀ ਹੋਈ ਹੈ, ਮੈਂ ਮਾਫ਼ੀ ਮੰਗਣ ਆਇਆ। ਮੈਨੂੰ ਕਹਿੰਦਾ, ਮੈਂ ਕਿਹਾ ਹਾਂ ਹੁਣ ਮਾਫ਼ੀ ਹੋ ਗਈ? ਕਹਿੰਦਾ ਨਹੀਂ ਇੱਕ ਕੰਮ ਰਹਿ ਗਿਆ। ਮੈਂ ਕਿਹਾ ਕਹਿੰਦਾ ਜੀ ਉਰੇ ਆਓ ਨਾਲ ਸਾਡੇ ਨਾਲ ਭਾਈ ਅਰਸ਼ਦ ਕੋ ਆਇਆ, ਅਰਸ਼ਦ ਪਾਨਾ ਵਾਲੇ ਕੋਲ। ਤੇ ਉੱਥੇ ਉਹਦਾ ਕੋਈ ਮੁੰਡਾ ਬੈਠਾ। ਹੁਣ ਇੱਥੇ ਮੈਨੂੰ ਦੁੱਖ ਹੋਇਆ। ਮੈਨੂੰ ਕਹਿੰਦਾ ਫੈਸਲਾ ਬੋਤਲ। ਮੈਂ ਕਿਹਾ ਨਹੀਂ ਮੈਂ ਨਹੀਂ ਪੀਣੀ। ਠੀਕ ਨਹੀਂ ਪੀਣੀ ਚਾਹੀਦੀ ਹੈ। ਮੈਂ ਕਿਹਾ ਹੁਣ ਲੱਸੀ ਪੀਤੀ, ਬੋਤਲ ਤੇ ਪਾਣੀ ਦੀ ਨਹੀਂ ਹਾਂ ਕੀ ਕਰ ਦਿੰਦਾ ਫੈਸਲਾ? ਬੋਤਲ ਪਾਨ ਲਵਾਏ ਨੇ ਫਰੀਦ ਸਾਹਿਬ 2 ਪੈਕਟ ਲਏ ਨੇ। ਤੇ ਉਸ ਕਰੈਕਟਰ ਨੂੰ ਫਾਰਸੀ 'ਚ ਉਹਨੇ ਪਤਾ ਕੀ ਕਿਹਾ? ਕਹਿੰਦਾ ਮੂਰਾਲਾ ਮੇਰੇ ਅੱਗੇ ਹਾਏ 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 ਹਾਏ। ਕਹਿੰਦਾ ਮੂਰਾਲਾ ਮੇਰੇ ਅੱਗੇ ਮੂੰਹ ਪਿੱਛੇ ਮਰ ਕੇ ਫਾਰਸੀ 'ਚ ਉਹਨੂੰ ਕਹਿਣ ਡੇ ਕਿ ਮੈਂ ਜਿਵੇਂ ਤੁਹਾਨੂੰ ਆਉਂਦੀ ਨਹੀਂ ਇਹਨੂੰ। ਹਾਂ ਉਹਨੂੰ ਪਤਾ ਕਿ ਇਹਨੂੰ ਨਹੀਂ ਆਉਂਦੀ। ਮੈਨੂੰ ਇੰਨਾ ਕੁ ਦੁੱਖ ਹੋਇਆ, ਮੈਨੂੰ ਫਰੀਦ ਯਾਦ ਆਇਆ। ਹਾਏ ਵਾਹ 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 ਢਿੱਡ ਮੈਂ ਗਿਆ ਕਿਹਾ ਐ ਹੁੰਦੇ ਨਫਾਸਤ। ਮੈਂ ਕਿਹਾ ਫਰੀਦ ਐ ਹੁੰਦੀ ਮੁਹੱਬਤ। ਨਹੀਂ ਇਹ ਚੀਮਾ ਉਹ ਨਹੀਂ। ਨਹੀਂ ਹਾਂ ਨਹੀਂ ਉਹ ਜਿਹਨੇ ਪਰੌਂਠੇ ਦਾ ਗੇੜਾ ਦਿੱਤਾ ਹੈ ਉਹਦੀ ਵੇ ਤੋਂ ਫਰੀ ਯਾਦ ਆਇਆ। ਨਹੀਂ ਮੈਂ ਕਿਹਾ ਇੱਥੇ ਕਿਤੇ ਫਰੀ ਹੁੰਦਾ ਮੈਂ ਉਹਨੂੰ ਦੱਸਣਾ ਸੀ। ਫਰੀਦ ਨੇ ਇਹਨੂੰ ਕੁੱਟਣ ਲੱਗ ਪੈਣਾ ਸੀ। ਇਦਾਂ ਹੀ ਨਹੀਂ ਮੈਂ ਕਹਾਂ ਤੂੰ ਕੁੱਟਣਾ ਸੀ ਐਵੇਂ? ਉਹ ਸੁਣਨ ਦੇ ਤੂੰ ਕਿਆ ਨਹੀਂ ਦੇਖਣ ਦੇ ਨੇ ਯਾਰ ਨਹੀਂ ਫਰੀਦ ਸਾਹਿਬ ਉਹਨੇ ਜਦੋਂ ਫਾਰਸੀ ਯਾਰ ਮੈਂ ਤਾਂ ਕੁਛ ਵੀ ਨਹੀਂ, ਮੈਨੂੰ ਨਹੀਂ ਫੈਸਲ ਸਾਹਿਬ ਕੋਈ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਇਹ ਗੱਲ ਤੁਸੀਂ ਇਹ ਦਿਲ ਤੇ ਲਾਉਣ ਵਾਲੀ ਹੈ ਨਹੀਂ। ਕਿਉਂ? ਜਦੋਂ ਐਂਡ ਤੇ ਉਹਨੇ ਕਿਹਾ ਮੁੱਕੜ ਕੇ ਮੇੜਿਆ ਗਿਆ। ਨਹੀਂ ਮੁੱਕੜ ਕੇ ਰਿਹਾ, ਮੁਰਗਾ ਘੇਰਿਆ। 25-30 ਸਾਲ ਤੇ ਤੁਸੀਂ ਅਸੀਂ ਕਹਿੰਨੇ ਆ ਤੁਸੀਂ ਉਦੋਂ ਦਾ ਸ਼ੁਰੂ ਕੀਤਾ ਕੰਮ ਜਦੋਂ ਦੇ ਤੁਸੀਂ ਬਚਪਨ ਤੋਂ 7-8 ਸਾਲ 10 ਸਾਲ ਤੋਂ ਸ਼ੁਰੂ ਹੋ ਗਏ। ਹਾਂ ਅੱਜ ਤੱਕ ਤੁਸੀਂ ਆਰਟਿਸਟਿਕ ਮਾਈਂਡ ਹੋ ਕੇ ਇੱਕ ਆਰਟਿਸਟ ਹੋ ਕੇ ਤੇ ਇਸ ਫੀਲਡ 'ਚ ਰਹਿ ਕੇ ਤੁਸੀਂ ਥਿਊਰੀ ਨਹੀਂ ਸਮਝ ਸਕੇ। ਇਹ ਗੱਲ ਤੁਸੀਂ ਸਾਨੂੰ ਸੁਣਾ ਕੇ ਬੇਵਕੂਫ ਬਣਾਉਣ ਦੇ, ਜਦੋਂ ਤੁਹਾਨੂੰ ਉਹ ਸਾਰਾ ਕੁਝ ਤੁਹਾਡੀ ਦਿਲਦਾਰੀ ਤੁਸੀਂ ਕਰ ਦਿੱਤੀ ਉਹਨਾਂ ਦੀ, ਤੁਸੀਂ ਉਹਨਾਂ ਨੂੰ ਜੋ ਤਬਰਕ ਪੇਸ਼ ਕਰ ਦਿੱਤਾ, ਫਿਰ ਤੁਸੀਂ ਇਹ ਮਲਾਲ ਵੀ ਨਾ ਦਿਲ 'ਚ ਲਿਆਓਗੇ ਤੁਸੀਂ ਭਾਵੇਂ ਉਹਨਾਂ ਨੂੰ। ਭਰਾਵਾ ਮੈਂ ਕਦੋਂ ਲਿਆਇਆ ਵਾ? ਮੈਂ ਤੇ ਐਂਡ ਵਾਲੀ ਗੱਲ ਤੇ ਮੈਨੂੰ ਦੁੱਖ ਹੋਇਆ। ਉਹ ਕਰੀ ਜਾਣ। ਕਿਉਂ ਕਰੀ ਜਾਣ? ਨਹੀਂ ਲੈ ਜਿੱਥੇ ਮੇਰੀ ਗੱਲ ਸੁਣੋ ਯਾਰ, ਆਪਣਾ ਜ਼ਰਫ ਵੇਖੋ, ਅਗਲੇ ਦਾ ਜ਼ਰਫ ਜਿਹੜਾ ਉਹਦੇ ਤੇ ਛੱਡੋ।
ਤੁਸੀਂ ਆਪਣਾ ਤਰਫ ਦਾ ਮੁਜ਼ਾਹਰਾ ਕੀਤਾ ਵੱਡੇ ਹੋਣ ਦਾ, ਉਹਨਾਂ ਨੇ ਜੋ ਕੀਤਾ ਉਹਨਾਂ ਛੋਟੇ ਹੋਣ ਦਾ ਮੁਜ਼ਾਹਰਾ ਕੀਤਾ, ਤੁਸੀਂ ਈਜ਼ੀ ਕਰਦੇ ਹੋ। ਤੁਸੀਂ ਹੁਣ ਆ ਵੀ ਛੱਡ ਦਿਓ ਇੱਕ ਹੋਰ ਯਾਰ ਤੁਸੀਂ ਇਹ ਗੱਲ ਛੱਡੋ, ਮੈਂ ਤੁਹਾਨੂੰ ਗੱਲ ਦੱਸਣ ਲੱਗਾ। ਮੇਰੀ ਦਾਦੀ ਆਈ, ਯਾਨੀ ਮੇਰੀ ਯਾਰ ਥੋੜੇ ਦਿਨ ਪਹਿਲੋਂ ਦੀ ਗੱਲ ਹੈ। ਦਾਦੀ ਤੇਰੀ ਜ਼ਿੰਦਾ ਹੋ? ਓਹੋ ਭਾਜੀ ਉਹਨਾਂ ਜਦੋਂ ਆਈ ਹੈ ਜ਼ਿੰਦਾ ਹੀ ਆਈ ਹੈ ਕਿ તમે ਕਿਤੇ ਚੁੱਕ ਲਿਆ ਇਹ ਗੱਲ ਆਰਾਮ ਨਾ ਕरें ਤੂੰ। ਦਾਦੀ ਜ਼ਿੰਦਾ ਵਾ ਕਿਤੇ ਇਹ ਕਿਦਾਂ ਕਿ ਮਤਲਬ ਯਾਰ 2 ਮਹੀਨੇ ਆਫਤਾਬ ਸਾਹਿਬ ਕੋ ਡਿਪਲੋਮਾ ਕਰਕੇ ਆਇਆ ਮੈਂ ਬੰਦੇ ਸਲੋ ਕਰਾ ਹਰ ਬੰਦੇ ਦੀ ਹਰ ਬੰਦੇ ਨੂੰ ਸਮਝ ਆਉਣ ਡਈ ਹੈ ਯਾਰ ਬੜਾ ਸੋਹਣਾ ਸੈੱਟ ਚ ਮੱਚ ਚੱਲਣ ਡਿਆ ਵਾ। ਲਓ ਜੀ ਤੁਸੀਂ ਕਮੈਂਟ 'ਚ ਦੱਸਣਾ ਵੀ ਇਹ ਮਿੱਠੇ ਨੇ ਕੀ ਕਿਹਾ ਦਾਦੀ, ਹੋਰ ਦਾਦੀ ਜ਼ਿੰਦਾ ਹੀ ਅੱਗੋਂ ਕੀ ਕਿਹਾ। ਮੈਂ ਇਹ ਕਿਹਾ ਜਨਾਬੇ ਵਾਲਾ, ਮੈਂ ਇਹ ਕਿਹਾ ਫਰੀਦ ਆਫਿਸ ਸਾਹਿਬ, ਮੈਂ ਇਹ ਕਿਹਾ ਵਾ ਓਏ ਤਮੀਜ਼ ਨਾ ਬੋਲਿਆ ਕਰ, ਮੈਂ ਤੈਨੂੰ ਕਿੰਨੀ ਵਾਰੀ ਕਿਹਾ। ਓਏ ਯਾਰ ਸ਼ੋਰ ਤੇ ਕਰੋ ਕਿ ਓਏ ਬੰਦ ਚੁੱਪ ਓਏ। ਓ ਯਾਰ ਫਰੀਦ ਬੁੱਢਾ ਕੁਝ ਨਹੀਂ ਵੀ ਆ ਜਾਂਦਾ ਹੀ। ਓਏ ਬੁੱਸ ਕਰ ਇਹ ਛੱਡ ਯਾਰ, ਚੱਲ ਛੱਡ ਯਾਰ। ਬੁੱਢਾ ਨਾਲੇ ਕੁਝ ਤੂੰ ਵੀ ਆ ਜੱਟਾਂ ਤੇ ਗੁੱਜਰ ਤੇ ਰਚਾਉਂਦਾ ਓ ਯਾਰ ਉਹ ਲਾਨਤ ਤੇਰੇ ਤੇ। ਯਾਰ ਬਹਿ ਕੇ ਇਹ ਜਿਹੜੀ ਚੀਜ਼ ਮੈਂ ਆਉਂਦਾ ਅਸੀਂ ਕਿਤੇ ਡੱਕੇ ਆ ਜਦੋਂ ਮਰਜ਼ੀ ਆਵੇ 24 ਘੰਟੇ। ਤੈਨੂੰ ਕਿਹਾ ਗੱਲ ਦੀ ਸਮਝ ਨਹੀਂ ਆਈ, ਤੂੰ ਕਿਹਾ ਵਾ ਕਿ ਯਾਰ ਦਾਦੀ ਜ਼ਿੰਦਾ ਵਾ, ਅੱਗੋਂ ਕੀ ਆ। ਮੈਂ ਉਹਨੂੰ ਇਹ ਕਿਹਾ ਜਨਾਬੇ ਵਾਲਾ ਓਏ ਤਮੀਜ਼ ਨਾ ਫੇਰ ਜਨਾਬੇ, ਓਏ ਕੀ ਮਸਲਾ ਵਾ ਯਾਰ? ਉਹ ਜਨਾਬੇ ਵਾਲਾ ਕਹਿਣ ਡਿਆ। ਤੈਨੂੰ ਹੋਰ ਕੀ ਜਨਾਬੇ ਹਾਲਾਤ ਵਾਲਾ ਲਫ਼ਜ਼ ਆ? ਅੱਛਾ। ਮੈਂ ਉੱਥੇ ਭਾਈਜਾਨ ਚੌਂਕ 'ਚ ਖਲੋ ਕੇ ਇੱਕ ਵੱਡੇ ਸਾਡੇ ਖਾਨ ਸਾਹਿਬ ਮੋਸਨ ਮੇਰੇ ਵੱਡੇ, ਉਹਨਾਂ ਨੂੰ ਮੈਂ ਕਿਹਾ ਖਾਨ ਸਾਹਿਬ ਇਸ ਬੰਦੇ ਨੇ ਇੰਜ ਕੀਤਾ। ਉਹਨੇ ਅੱਗੋਂ ਨਾ ਕਿਹਾ, ਕਹਿੰਦਾ ਇਹ ਦੂਮ ਹੈਗੇ ਨੇ। ਕੌਣ ਨੇ? वो मचा ले। ਆਹੋ ਉਹ ਕਹਿੰਦਾ ਉਹ ਇਹਨਾਂ ਨੂੰ ਨਹੀਂ ਕਹਿੰਦਾ ਫੈਸਲ ਸਾਹਿਬ ਇਹਨਾਂ ਨੂੰ ਈਜ਼ੀ ਕਰਾ। ਕੀ ਲਫ਼ਜ਼ ਕੀ ਆ ਯਾਰ ਦੱਸ ਦੇ। ਕੋਈ ਵੀ ਆ ਲਫ਼ਜ਼ ਕੋਈ ਵੀ ਆ ਯਾਰ, ਇਹ ਕੋਈ ਹਕੀਕਤ ਛੱਡ ਦੇ ਯਾਰ ਨਹੀਂ। ਇੱਕ ਮਿੰਟ ਫਰੀਦ ਸਾਹਿਬ ਮੇਰੀ ਹੁਣ ਦਾਦੀ ਦੀ ਯਾਨੀ ਜਿਹੜੀ ਪਾਨ ਕਰਦੇ ਸੀ ਕਿਹੜੇ ਦਾਦੀ ਮੈਨੂੰ ਵੇਖੇ ਹੋਏ ਆ ਯਾਰ ਦਾਦੀ ਉਹ ਦਾਦੀ ਮਾਂ ਦਾਦੀ ਦੀ ਭੈਣ, ਯਾਨੀ ਉਹ ਇਦਾਂ ਵਾ ਵੀ ਦਾਦੀ ਕਿਹਾ ਜਾਂਦਾ ਨਾ। ਅੱਛਾ ਉਹ ਵੀ ਦਾਦੀ ਅੱਛਾ, ਦਾਦੀ ਦੀ ਸਿਸਟਰ ਸਾਡੇ ਤੇ ਦਾਦੀਆਂ ਦੀਆਂ ਭੈਣਾਂ ਭਰਾ ਜਿਹੜੇ ਉਹ ਦਾਦੀ ਉਹ ਹੀ ਕਮਾਉਂਦੇ ਨੇ ਨਾ। ਉਹ ਆਏ ਨੇ ਤੇ ਹੁਣ ਉਹ ਬੈਠੇ ਤੇ ਗਾਣਾ ਉਹ ਲੱਗਾ ਹੋਇਆ ਕਿ ਟੁੰਮ ਟੁੰਬਾ ਟੁੰਬੋ ਟੁੰਬੋ यार कुकू चोली के नीचे क्या है वो लगा सी ਚੱਲ गाना। ਯਾਰ ਸੁਣ ਲੈਂਦੇ ਯਾਰ। ਹਾਂ वो गाना लगा। ਗਾਣਾ ਲੱਗਾ। काल कावे ਉਹ ਦਾਦੀ ਆਪ ਨਹੀਂ ਸੀ ਸੁਣਨ ਦੀ, ਬਾਹਰੋਂ ਰੇੜੀ ਵਾਲਾ ਨੰਗਣ ਡਿਆ ਅੱਛਾ ਤੇ ਉਹ ਗਾਣੇ ਲਾਏ ਨਾਲ ਕੋਈ ਉਹਦਾ ਸੌਦਾ ਸਦਾ ਵੇਚਦਾ ਤੇ ਉਹ ਗਾਣਾ ਲਾਇਆ ਉਹਨੇ। ਤੇ ਉਹ ਗਾਣਾ ਕੀ ਹੈ ਜੀ, ਉਹ ਜਿਹੜਾ ਨਹੀਂ ਮਰਾਤਬ ਇਹ ਸਿਲਾ ਮਿਲਾ ਹੈ ਮੁਝਕੋ ਵਾਹ ਤੇਰੀ ਦੋਸਤੀ ਕੇ ਪਿੱਛੇ ਤੇਰੀ ਦੋਸਤੀ ਕੇ ਪੀ। ਹੁਣ ਉਹਦੇ ਚ ਇੱਕ ਬੋਲ ਹੁੰਦਾ ਵਾ, ਕਈ ਕਤਲ ਹੋ ਚੁਕੇ ਹੈ, ਕਈ ਕਤਲ ਹੋ ਚੁਕੇ ਹੈ। ਤੇ ਹੁਣ ਦਾਦੀ ਜਿਹੜੀ ਰੋਈ ਜਾ ਰਹੀ ਹੈ, ਤੇਰੀ ਇੱਕ ਨਜ਼ਰ ਕੇ ਪਿੱਛੇ। ਤੇ ਉਹਨੇ ਸਰਾਣੇ ਥੱਲੋਂ ਨਾ ਗੁੱਥਲੀ ਕੱਢੀ ਤੇ ਗੁੱਥਲੀ ਕੱਢ ਕੇ ਜਾ ਮੈਨੂੰ 20 ਰੁਪਏ ਦੇ ਕੇ। ਮੈਂ ਕਿਹਾ ਦਾਦੀ ਹੋਇਆ ਕੀ? ਮੈਂ ਜਦੋਂ ਮੰਡੀਆਂ ਪਈਆਂ ਉਦੋਂ ਦੀ ਗੱਲ ਸੁਣਾਉਂਦੇ। ले 10 ਜਦੋਂ 1947 ਚ ਜਦੋਂ ਮੰਡੀਆਂ ਪਈਆਂ ਉਹਦੀ ਗੱਲ ਸੁਣਾਉਂਦੇ ਵੀ ਕਈ ਕਤਲ ਹੋ ਚੁੱਕੇ ਆ। ਮੈਂ ਕਿਹਾ ਦਾਦੀ ਖੁਦਾ ਦਾ ਨਾ ਹੀ ਹੋਰ ਗੱਲ ਕਰਨ ਡਿਆ। ਯਾਰ ਮੈਨੂੰ ਯਾਦ ਆਇਆ ਯਾਰ ਇਹ ਬਜ਼ੁਰਗ ਨੇ ਨਾ ਜਿਹੜੇ ਉਹ ਆਪਣਾ ਉਹ ਮਾਈਂਡ ਦੇ ਹਿਸਾਬ ਦੇ ਨਾਲ ਗੱਲ ਕਰਦੇ ਨੇ। ਤੇ ਕਿਉਂਕਿ ਜਦੋਂ ਹਰ ਚੀਜ਼ ਵਾਪਸੀ की तरफ आती है, ਜਦੋਂ ਇਨਸਾਨ ਬੁੱਢਾ ਹੋ ਜਾਂਦਾ ਨਾ ਉਹਦਾ ਜ਼ਿਹਨ ਬਚਕਾਨਾ ਵੀ ਹੋ ਜਾਂਦਾ। ਹਾਂਜੀ ਠੀਕ ਹੈ ਨਾ। ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਵਾਲਦੈਨ ਨੇ ਤੁਹਾਡੇ ਨਾਲ ਕੀਤਾ ਤੁਸੀਂ ਵੀ ਉਸ ਤਰ੍ਹਾਂ ਕਰਨਾ। ਯਾਰ ਮੇਰਾ ਇੱਕ ਸ਼ੇਰ ਫਰੀਦ ਸਾਹਿਬ, ਮੈਂ ਆਪਣੀ ਅੰਮੀ ਦੀ ਗੱਲ ਸੁਣਾਵਾਂ ਤੈਨੂੰ। ਮੇਰਾ ਇੱਕ ਸ਼ੇਰ ਪਿਛਲੇ ਦਿਨਾਂ 'ਚ ਵਾਇਰਲ ਹੋਇਆ ਹੈ, मेरी माँ को गिनती आज भी नहीं आती, ਹਾਏ मैं रोटी एक मांगू वो 2 हिलाई, देख सूरज तू हार जाएगा माँ दुपट्टा भिगो के लाएगा। ਹੁਣ ਇਹ ਸ਼ੇਰ ਫਰੀਦ ਸਾਹਿਬ, ਮੇਰੀ ਮਾँ को गिनती आज भी नहीं आती ਤੇ ਮੇਰੀ ਮਾँ ਮੇਰੇ ਤੇ ਹੈ ਪਰ ਤੇ ਮੈਨੂੰ ਬੁਲਾਉਣ ਹੀ ਨਹੀਂ ਡੇ। ਤੇ ਸੇਲ ਮੈਨੂੰ ਕਹਿੰਦਾ ਪਾਪਾ ਦਾਦੂ ਬਹੁਤ ਗੁੱਸੇ ਚ ਨੇ। ਮੈਂ ਕਿਹਾ ਕੀ ਹੋਇਆ? ਪਤਾ ਨਹੀਂ ਤੁਸੀਂ ਉਹ ਤੁਹਾਡੇ ਸ਼ੋਅ ਦੇ ਵਿੱਚ ਕੋਈ ਗੱਲ ਹੋਈ ਹੈ। ਮੈਂ ਕਿਹਾ ਮੇਰੇ ਸ਼ੋਅ 'ਚ? ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਮਿੱਠਾ ਵੀ ਕਰ ਦਿੰਦਾ ਵਾ, ਫਰੀਦ ਵੀ ਕਰ ਦਿੰਦਾ। ਮੈਂ ਕਿਹਾ ਕਿਹੜੀ ਗੱਲ ਐਸੀ ਹੋ ਗਈ? ਅੰਮੀ ਮੇਰੇ ਹੁਣ ਆਏ ਨੇ, ਮੈਂ ਘਰ ਆਇਆ ਮੈਂ ਬੈਠਾ, ਮੈਂ ਮੇਰੀ ਅੰਮੀ ਕਹਿੰਦੇ ਸਹੇਲ ਨੂੰ ਸਪੈਸ਼ਲ ਗੱਲ ਨਹੀਂ ਕਰਨੀ ਕੋਈ, ਚੁੱਪ ਬਸ ਬਹਿ ਜਾ ਤੇ ਚੁੱਪ ਲਾ ਜਰਾ ਸ਼ੋਅ ਵਾਲਾ। ਠੀਕ ਹੈ ਹੁਣ ਫਰੀਦ ਸੁਣੀ ਜਰਾ ਲਾ ਜਰਾ ਸ਼ੋਅ। ਤੇ ਫਰੀਦ ਇੰਜ ਕਰਕੇ ਖੁਦਾ ਦੀ ਕਸਮ ਸਹੇਲ ਨੇ ਸ਼ੋਅ ਲਾਇਆ ਤੇ ਉਹਦੇ ਚੋਂ ਮੇਰਾ ਇੱਕ ਸ਼ੇਰ ਆਇਆ, मेरी माँ को गिनती आज भी नहीं आती। कहते बंद कर 1 2 3 मुंह दस 11 12 13 14 15 16 ਮੈਨੂੰ ਜ਼ਕਾਤੀ ਕਰਨੇ ਆਉਂਦੇ।
ਕੀ ਭਾਈ ਤੇ ਫਰੀਦ ਮੈਨੂੰ 100 ਤੱਕ ਗਿਣਤੀ ਸੁਣਾਤੀ ਮੈਂ ਕਹਿੰਦੀ ਡੁੱਬ ਕੇ ਮਰ ਜਾ ਹੁਣ ਦੱਸ ਕੀ ਕਹਿਣਗੇ ਲੋਕ ਆਨੇ ਇਹ ਸਾਰੇ ਜਿਹੜੇ ਬੈਠੇ ਉਹ ਕੀ ਸੋਚਦੇ ਹੋਣਗੇ ਕਿ ਤੇਰੀ ਮਾਂ ਨੂੰ ਗਿਣਤੀ ਨਹੀਂ ਆਉਂਦੀ ਅੱਲਾ ਦੀ ਕਸਮ ਹੈ ਫਰੀਦ ਮੈਂ ਇੰਨਾ ਹੱਸਿਆ ਮੈਂ ਆਪਣੀ ਮਾਂ ਦੇ ਪੈਰਾਂ 'ਚ ਬੈਠ ਮੈਂ ਕਿਹਾ ਭਾਜੀ ਮੈਂ ਹੱਥ ਚੁੰਮੇ ਯਾਰ ਮੈਂ ਹੱਸ ਕੇ ਦੂਰ ਆ ਇਹ ਨਾ ਅਕਸਰ ਇਦਾਂ ਦੇ ਵਾਕਿਆਤ ਹੁੰਦੇ ਜਿਹੜੇ ਮਤਲਬ ਅਸੀਂ ਕੰਮ ਕਰਨੇ ਨਾ ਐਸਾ ਤੇ ਘਰ ਜਾਈਏ ਨਾ ਤੇ ਉਹ ਇਹਦਾ ਇੰਪੈਕਟ ਜ਼ਰੂਰ ਪੈਂਦਾ ਕਿਤੇ ਨਾ ਕਿਤੇ ਭਾਵੇਂ ਇਹ ਬਹੁਤ ਸਾਰੀਆਂ ਚੀਜ਼ਾਂ ਸਕ੍ਰਿਪਟਡ ਹੁੰਦੀਆਂ ਮੈਂ ਇੱਕ ਮੁਸ਼ਾਇਰੇ ਦੇ ਵਿੱਚ ਗਜ਼ਲ ਲਿਖੀ ਉਹ ਕਿ ਮਾਏ ਨੀ ਮਾਏ ਮੇਰੇ ਬੱਚਿਆਂ ਦੀ ਮਾਂ ਆਵਾ ਸੁਣੀ ਆ ਰੱਬ ਕਿਤੇ ਅਕਲ ਦਵੇ ਮਾਏ ਨੀ ਹੁਣ ਉਹਦੇ ਚ ਮੈਂ ਬਹੁਤ ਸਾਰੀਆਂ ਗੱਲਾਂ ਵੀ ਮਾਏ ਨੀ ਤੂੰ ਤੇ ਆਖਦੀ ਸੇ ਨਾਗਣ ਆਖਣੀ ਸੇ ਤੇ ਪਤਾ ਨਹੀਂ ਸੀ ਤੈਨੂੰ ਬਾਈ ਦਵੇ ਮੰਗਦਾ ਜੇ ਜ਼ਹਿਰ ਕੋਈ ਤੇ ਨੀਲੀ ਕੈਨ ਭਰ ਕੇ ਦਵੇ ਹੁਣ ਉਹ ਗੱਲਾਂ ਜਿਹੜੀਆਂ ਸਾਰੀਆਂ ਅਗੇਂਸਟ ਬੀਵੀ ਦੇ ਫੈਸਲ ਸਾਹਿਬ ਉਹ 2-3 ਦਿਨ ਤੇ ਮੁਸ਼ਾਇਰਾ ਅਪਲੋਡ ਨਹੀਂ ਹੋਇਆ ਤੇ ਮੈਂ ਜਾਂਦਾ ਆਂਦਾ ਰਿਹਾ ਵਾਂ ਦਫ਼ਤਰ ਘਰ ਆਇਓ ਤੇ ਕੋਈ ਗੱਲਬਾਤ ਨਹੀਂ ਤੇ ਜਦੋਂ ਮੁਸ਼ਾਇਰਾ ਅਪਲੋਡ ਹੋ ਗਿਆ ਨਾ ਤੁਸੀਂ ਯਕੀਨ ਕਰੋ ਮੈਂ ਤੁਹਾਨੂੰ ਸੱਚੀ ਮੁੱਚੀ ਰਿਜ਼ਕ ਵਾਲੇ ਅੱਡੇ ਬੈਠਾ ਮੈਂ ਗੱਲ ਦੱਸ ਰਿਹਾ ਵਾਂ ਕਿ ਮੈਂ ਅੰਦਰ ਵੜਿਆ ਤੇ ਜੁੱਤੀ ਹੈ ਨਹੀਂ ਉਹ ਭਾਜੀ ਮੈਂ ਬੂਹਾ ਖੋਲਿਆ ਵਾ ਤੇ ਬੇਲਣਾ ਆਇਆ ਨਹੀਂ ਬੂਆ ਖੋਲੇ ਕੀ ਗੱਲ ਹੈ ਮਿੱਠੇ ਜਿੰਨੇ ਸਾਦਾ ਹੀ ਬੂਹੇ ਖੋਲਿਆ ਬਸ ਕੁਝ ਵੀ ਨਹੀਂ ਆਇਆ ਬੂਹਾ ਖੋਲਿਆ ਵਾ ਤੇ ਘੋੜਨਾ ਆਇਆ ਉਸਤਾਦ ਜੀ ਹੈ ਅੱਛਾ ਵੇਲਣਾ ਘੋਟਣਾ ਤਕਰੀਬਨ ਸੇਮ ਆ ਕੋਈ ਕਟਾਰੇ ਸਾਡੀਆਂ ਕਟਾਈਆਂ ਉਹਨੇ ਚੰਨੀ ਤਹਿਜ਼ੀਬ ਤਮੀਜ਼ ਨਹੀਂ ਪਈ ਆਈ ਵੀ ਜਿੱਥੇ ਕੋਈ ਗੱਲ ਇੱਕ ਬੰਦੇ ਨੇ ਕਰ ਦਿੱਤੀ ਆ ਉਹਦੇ ਉੱਤੇ ਉਹੀ ਗੱਲ ਤੂੰ ਚੜਾਣ ਡਿਆ ਉਹੀ ਗੱਲ ਪਿੱਛੋਂ ਉਹਨੇ ਮੱਥੇ 'ਚ ਮਾਰਿਆ ਉਹਨੇ ਸਾਦਾ ਮਾਰਿਆ ਯਾਰ ਇਹ ਸਿਰਫ ਨਾ ਆਪਣੇ ਆਪ ਨੂੰ ਐਂਕਰ ਸਮਝ ਲਿਆ ਤੁਹਾਨੂੰ ਕੱਖ ਵੀ ਨਹੀਂ ਸਮਝ ਰਿਹਾ ਚੱਲ ਉਹਨਾਂ ਦਾ ਕੋਈ ਭਾਰ ਭਰਮ ਰੱਖ ਯਾਰ ਕੀ ਹਰ ਗੱਲ ਕੱਟੀ ਜਾਂਦੇ ਸਾਡੀ ਹਾਂਜੀ ਭਾਈ ਤੁਸੀਂ ਅੰਦਰ ਜੇ ਵੜੇ ਮੈਂ ਅੰਦਰ ਵੜਿਆ ਵਾਂ ਤੇ ਭਾਵੇਂ ਨਾ ਪਹਿਲੋਂ ਤੇ ਗੇਟ ਜਿਹੜਾ ਮੈਂ ਅੰਦਰ ਗੱਡੀ ਲਾਈ ਹੈ ਤੇ ਗੇਟ ਠਾਪਾ ਐ ਵੱਜਿਆ ਖਿੱਚ ਕੇ ਗੁੱਸੇ ਦਾ ਇਜ਼ਹਾਰ ਖਿੱਚ ਕੇ ਕੌਣ ਸੀਗਾ ਉਹ ਹੈ ਉਹ ਕੌਣ ਸੀ ਉਹ ਨਾ ਮੈਨੂੰ ਪਤਾ ਕੀ ਸਾਰਾ ਮਹੱਲਾ ਜਿਹੜਾ ਸਾਡੇ ਘਰ ਵਿੱਚ ਉੱਥੇ ਹੀ ਮਤਲਬ ਨਿਜ਼ਾਮ ਹੁੰਦਾ ਹਾਂਡੀ ਰੋਟੀ ਸਾਰੇ ਘਰ ਦੇ ਵੀ ਉੱਤੇ ਮਹੱਲੇ ਵਾਲੇ ਵੀ ਉੱਥੇ ਕਰ ਲੈਂਦੇ ਹੋਰ ਇਹ ਵਾ ਵੀ ਉੱਥੇ ਜਿਹੜੇ ਮਹੱਲੇ ਦੇ ਨਾਜ਼ਮ ਆ ਉਹ ਵੀ ਆ ਕੇ ਉੱਥੇ ਬਹਿ ਜਾਂਦੇ ਉਹ ਯਾਰ ਅੱਛਾ ਯਾਰ ਜਿਹੜੀ ਕੋਈ ਜਮਾਤ ਖੜੀ ਜਾਂਦਾ ਇਹਨਾਂ ਦੀ ਖਾਲੀ ਰੋਟੀ ਨਹੀਂ ਹੋ ਰਹੀ ਚੱਲ ਯਾਰ ਕੋਈ ਇਨਸਾਨੀਅਤ ਅੱਛਾ ਯਾਰ ਉਹ ਯਾਰ ਇੰਟਰਸਟਿਡ ਗੱਲ ਯਾਰ ਗੱਲ ਮਜ਼ੇਦਾਰ ਹੈ ਯਾਰ ਅੰਦਰ ਵੜਿਆ ਹੀ ਆ ਲੈ ਅੱਗੇ ਤਾਂ ਅੱਗੇ ਸੋਚ ਭਾਜੀ ਉਹ ਨਾ ਫਿਰ ਮੈਂ ਅੰਦਰ ਵੜਿਆ ਵਾਂ ਤੇ ਅੰਦਰ ਵੜਦਿਆਂ ਸਾਰ ਭਾਈ ਉਹੀ ਗੱਲ ਵੀ ਮੈਂ ਹੁਣ ਬੁਲਾ ਰਿਹਾ ਮੈਂ ਕਿਹਾ ਰੋਟੀ ਕੁਝ ਨਹੀਂ ਕੋਈ ਜਵਾਬ ਨਹੀਂ ਆਇਆ ਮੈਂ ਕਿਹਾ ਪਾਣੀ ਦਿਓ ਪਾਣੀ ਦਾ ਵੀ ਜਵਾਬ ਨਹੀਂ ਆਇਆ ਉਹੀ ਰੂਟੀਨ ਮੈਟਰ ਹੈ ਨਾ ਕੋਈ ਨਵੀਂ ਗੱਲ ਤੇ ਹੈ ਨਹੀਂ ਯਾਰ ਲੈ ਮੈਂ ਕਹਾਂ ਅੱਛਾ ਫਿਰ ਫੈਸਲ ਸਾਹਿਬ ਮੈਂ ਦਿਲ ਬਰਦਾਸ਼ਤਾ ਹੋ ਕੇ ਨਾ ਮੋਬਾਈਲ ਲੈ ਕੇ ਤੇ ਮੈਂ ਇੱਕ ਸਾਈਡ ਤੇ ਬਹਿ ਗਿਆ ਮੈਂ ਰਾਤ ਸਾਰੀ ਬੈਠਾ ਰਿਹਾ ਵਾਂ ਤਕਰੀਬਨ 3 ਵਜ ਗਏ ਕੋਈ ਰਿਸਪੌਂਸ ਨਹੀਂ ਤੇ ਮੈਂ ਜਾ ਕੇ ਨਾ ਗੁੱਸੇ ਦੇ ਵਿੱਚ ਮੈਂ ਕਿਹਾ ਇਹ ਕੀ ਤਰੀਕਾ ਇਹ ਕਿੱਦਾਂ ਮੈਂ ਕਿਹਾ ਇਹ ਉਹ ਫੁੱਲ ਚੜਾਈ ਉਹਨੇ ਅੱਗੋਂ ਕਿਹਾ ਚੁੱਪ ਬੋਲੋਸ਼ ਐਂਡ ਕਿੱਥੇ ਬੋਲਣਾ ਨਹੀਂ ਹੈਗਾ ਮੈਂ ਕਿਹਾ ਕੀ ਹੋਇਆ ਕੀ ਗੱਲ ਕੀ ਉਹਨੇ ਕਿਹਾ ਇਹ ਜਿਹੜਾ ਤੁਸੀਂ ਮੁਸ਼ਾਇਰੇ ਦੇ ਵਿੱਚ ਜੋ ਕੁਝ ਕਰਕੇ ਆਏ ਹੋ ਇਹ ਤੁਸੀਂ ਜੋ ਕੁਝ ਵੀ ਲਿਖਿਆ ਵਾ ਇਹ ਦੱਸੋ ਮੈਂ ਇਦਾਂ ਦੀ ਆ ਮੇਰੇ ਭੈਣ ਭਰਾ ਸੁਣਨਗੇ ਮੇਰੇ ਸਾਰੇ ਦੱਸਣਗੇ ਵੀ ਉਹ ਫਲਾਉਣਾ ਕਰਦੀ ਆ ਤੇ ਉਹ ਕਾਂਗਫੂ ਵੀ ਜਾਣਦੀ ਏ ਉਂਝ ਵੀ ਬਲੈਕ ਬੈਲਟ ਇਹ ਸਾਰੀਆਂ ਗੱਲਾਂ ਤੁਸੀਂ ਇਹ ਕਰਕੇ ਆਏ ਹੋ ਇਹ ਕਿਆ ਮੇਰੇ ਭੈਣ ਭਰਾ ਸੁਣਨਗੇ ਉਹ ਮੈਂ ਹੱਥ ਜੋੜੇ ਮੈਂ ਕਿਹਾ ਖੁਦਾ ਦਾ ਨਾ ਹੀ ਮੈਂ ਕਿਹਾ ਕੁਛ ਨਹੀਂ ਐਸਾ ਭਾਵੇਂ ਉਹਨਾਂ ਨੇ ਕਿਹਾ ਜੀ ਰੋਟੀ ਤਾਂ ਮਿਲਣੀ ਏ ਜੇ ਹੁਣ ਮੁਸ਼ਾਇਰਾ ਦੇ ਆਪੋਜ਼ਿਟ ਲਿਖਣਾ ਤੇ ਫਿਰ ਫੈਸਲ ਸਾਹਿਬ ਤੁਸੀਂ ਯਕੀਨ ਕਰੋ ਮੈਂ ਰਾਤੀ ਉੱਥੇ ਹੀ ਬਹਿ ਕੇ ਨਾਲ ਰੋਟੀ ਪੱਕਣ ਡਈ ਹੈ ਤੇ ਨਾਲ ਮੁਸ਼ਾਇਰਾ ਲਿਖ ਰਿਹਾ ਤੇ ਮੈਂ ਮੁਸ਼ਾਇਰੇ 'ਚ ਕੀ ਉਹ ਅਗਲੇ ਮੁਸ਼ਾਇਰੇ ਜਿਹੜਾ ਲਿਖਿਆ ਸੀ ਕਿ 100 ਵਾਰੀ ਮੁਰਸ਼ਦ ਆਖੋ ਫਿਰ ਜਾ ਕੇ ਬੁੱਢੀ ਬਣਦੀ ਹੈ ਇਹ ਮੁਸ਼ਾਇਰਾ ਲਿਖਿਆ ਤੇ ਮੈਨੂੰ ਰੋਟੀ ਮਿਲੀ ਇਹ ਇੱਕ ਮੇਰਾ ਯਾਰ ਫਰੀਦ ਦੇ ਘਰ ਜਿਹੜੇ ਨਾ ਮਾਂ ਜੀ ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ ਜੋਲੀ ਉਹ ਹਨਾ ਯਾਰ ਉਹ ਸਾਦਗੀ ਦਾ ਉਹਨਾਂ ਨੇ ਨਾ ਮੇਰਾ ਇੱਕ ਸ਼ੋਅ ਦੇਖਿਆ ਮਿੱਠੇ ਜਿਹੜਾ ਸੀ ਉਹ ਵਾਂਟਡ ਵਾਲਾ ਸ਼ੋਅ ਨਹੀਂ ਸੀ ਕੀਤਾ ਜਿਹਦੇ 'ਚ ਤੁਸੀਂ ਦੋਵੇਂ ਬਦਮਾਸ਼ ਬਣੇ ਸੀ ਤੇ ਮੈਂ ਕਹਿੰਦਾ ਸੀਗਾ ਉਹ ਇਸ਼ਤਿਹਾਰ ਲਾਏ ਸੀਗੇ ਆਪਾਂ ਆਹੋ ਮੇਰੇ ਸਾਹਮਣੇ ਆ ਜਾਣੇ ਇੱਕ ਵਾਰੀ ਤੇ ਮੈਂ ਇਹਨਾਂ ਨੂੰ ਇੰਜ ਕਰਦਾ ਮੈਂ ਉਂਝ ਕਰਦਾ ਇਹ ਉਹ ਆਪਣਾ ਹੁਣ ਉਹ ਹਨਾ ਸ਼ੋਅ ਵੇਖਿਆ ਮਾਂ ਹੋਰਾਂ ਨੇ ਤੇ ਉਹ ਨਾ ਹਕੀਕਤ ਹੀ ਸਮਝਣ ਡਏ ਆ ਕਿ ਹਕੀਕਤ ਜੀ ਤੇ ਉਹਨਾਂ ਨੇ ਸ਼ੋਅ ਵੇਖ ਕੇ ਕਹਿੰਦੇ ਜਦੋਂ ਮੈਂ ਇਹਨਾਂ ਕੋਲ ਆਇਆ ਮੈਂ ਇਹਨਾਂ ਕੋਲ ਆਇਆ ਤੇ ਮੈਨੂੰ ਕਹਿੰਦੇ ਉਹ ਦੱਸ ਕੀ ਕਰ ਮੈਂ ਭਾਜੀ ਕੋਈ ਕੰਮ ਨਹੀਂ ਭਾਜੀ ਮੈਂ ਘਰ ਜਾਣਾ ਭਾਜੀ ਮੇਰੀ ਤੇ ਹੁਣ ਮਾਂ ਜੀ ਕਹਿੰਦੇ ਨੇ
ਪਹਿਲੇ ਗੱਲਾਂ ਹੀ ਨਾ ਵੱਡੀਆਂ ਵੱਡੀਆਂ ਕਰਦੇ ਬਾਅਦ ਚ ਤਰਲੇ ਕਰਨੇ ਆ, ਪਹਿਲੇ ਗੱਲਾਂ ਹੀ ਨਾ ਕਰ ਹੈ। ਦੱਸ ਕੇ ਤਾਂ ਬੈਠਾ ਹੋਇਆ ਇਹ ਗਿਆ ਫੈਸਲ ਘਰ ਗਿਆ ਤੇ ਅੰਮੀ ਬੈਠੇ ਤੇ ਅੰਮੀ ਨੂੰ ਵੇਖ ਕੇ ਕਹਿੰਦੇ ਆ ਜਾ, ਬੜੀਆਂ ਗੱਲਾਂ ਕਰਦਾ ਹੁਣ ਦਾ ਉੱਥੇ ਨਾ ਫਿਰ ਕਰਦਾ ਗੱਲਾਂ ਉਧਰੋਂ ਗੱਲ ਨੈਸ਼ ਹੀ ਆਣੀ। ਮੈਂ ਗਿਆ, ਮੈਂ ਕਹਿੰਦੇ ਸੁਣਾ ਕਿੱਦਾਂ? ਮੈਂ ਕਿਹਾ ਮਾਸ਼ਾਅੱਲਾ, ਸ਼ੁਕਰ ਅੱਲਾ ਪਾਕ ਦਾ। ਮੈਂ ਕਿਹਾ ਮਾਸ਼ਾਅੱਲਾ ਮਾਂ ਜੀ 80 ਮਰਲੇ ਜ਼ਮੀਨ ਲਈ, ਕੁਛ ਜ਼ਿਆਦਾ ਹੀ ਨਹੀਂ ਲੈ ਲਈ। ਵੱਡੀ ਤੋਂ ਪਹਿਲੇ ਨਾ ਫਰੀਦ ਵੱਲ ਗਿਆ ਮੈਂ, ਤੇ ਮੈਨੂੰ ਕਹਿੰਦੇ ਸੁਣਾ ਕਿੱਦਾਂ? ਮੈਂ ਕਿਹਾ ਮਾਂ ਜੀ ਸ਼ੁਕਰ ਅੱਲਾ ਪਾਕ ਦਾ, 30 ਬੱਕਰੇ ਲਏ ਨੇ, 12 ਊਂਠ ਲਏ ਨੇ ਤੇ 40 ਵੈੜੇ ਲਏ ਨੇ। ਕਹਿੰਦੀ ਅੱਛਾ ਤੇ ਤੂੰ ਕੀ ਲਿਆ? ਆਓ ਗੱਲ ਲਾਣੀ ਆ ਕੋਈ ਨਾ। ਨਹੀਂ ਵੈਸੇ ਦਾਨਿਸ਼ ਜੀ ਯਾਰ ਅਕਸਰ ਔਕਾਤ ਦੇਖਦੇ ਨਾ ਕਿ ਮੈਂ ਇਸ ਫੀਲਡ 'ਚ ਆਇਆ ਨਾ, ਮੇਰੇ ਖਾਨਦਾਨ ਵਾਲੇ ਬੜੇ ਖਿਲਾਫ ਮੇਰੇ ਹੋ ਗਏ। ਈਵਨ ਕਿ ਮੇਰੀ ਸ਼ਾਦੀ ਵੀ ਨਹੀਂ ਮੇਰੇ ਖਾਨਦਾਨ 'ਚ ਹੋਈ ਕਿ ਆਹ ਕਿਹੜਾ ਕੰਮ ਕਰਨੇ। ਲੇਕਿਨ ਯਾਰ ਮੇਰਾ ਸ਼ੌਕ ਹੈ, ਮੈਂ ਬਣਨਾ ਹੀ ਐਕਟਰ ਸੀ। ਯਾਰ ਤੈਨੂੰ ਵੀ ਕੋਈ ਪ੍ਰੋਬਲਮ ਆਈ ਕਿਉਂਕਿ ਤੇਰੀ ਬਰਾਦਰੀ ਗੁੱਜਰ? ਆਹੋ ਮੇਰੀ ਤੇ ਹਲੇ ਤੱਕ ਪ੍ਰੋਬਲਮ ਆ, ਮੇਰੇ ਘਰ ਚੋਂ ਇੱਕ ਵੀ ਬੰਦਾ ਸ਼ਾਇਦ ਸ਼ੋਅ ਨਾ ਮੇਰਾ ਵੇਖਦਾ ਹੋਵੇ। ਕੈਸਾ ਕੋਈ ਇੱਕ ਵੀ ਨਹੀਂ, ਉਧਰ ਨੈਟ ਨਹੀਂ ਆਇਆ ਭਾਜੀ। ਨਹੀਂ ਉਹ ਨਬੀਨੇ ਨੇ ਨਾ ਇਹਦੇ ਭਰਾ, ਬਾਕੀ ਯਾਰ ਕੀ ਵਾਲੇ ਨੂੰ ਮੈਂ ਨਬੀਨਾ ਨਹੀਂ ਗਏ ਉਹ ਸਗੋਂ ਉਹਨਾਂ ਦੇਖੋ ਸਾਡਾ ਸਿਸਟਮ ਹੋਰ ਆ, ਬੰਗਲਾ ਵੱਡਾ ਲੈਦਾ ਰੂਮ ਆਪਣੀ ਹਰ ਕਿਸੇ ਦੀ ਐਕਟੀਵਿਟੀ ਹੈ, ਕੋਈ ਇੱਕ ਦੂਸਰੇ ਨੂੰ ਇੰਟਰਫੇਅਰ ਨਹੀਂ। ਜਦ ਪੂਰੇ ਫੈਸਲਾਬਾਦ ਚ ਨਾ ਮੱਛਰ ਜਿਹੜਾ ਫੈਲਦਾ ਵਾ ਤਾਂ ਉਹਦਾ ਲਾਰੀ ਅੱਡਾ ਇਹਨਾਂ ਦਾ ਘਰ ਤੇ ਕੋਈ ਐਕਟੀਵਿਟੀ ਭਾਈ ਨਹੀਂ ਦਾਨਿਸ਼ ਤੇਰੇ ਵਰਗਾ ਬੰਦਾ ਬੰਗਲੇ ਚੋਂ ਨਿਕਲਦਾ ਹੋਵੇ ਨਾ, ਬਾਹਰ ਬਜ਼ੁਰਗ ਕਹਿਣਗੇ ਪੁੱਤ ਰਸਾ ਬਾਲਟੀ ਅੰਦਰ ਹੀ ਛੱਡਾਂਗਾ। ਅੱਛਾ ਮੱਖੀਆਂ ਪੂਰਾ ਸ਼ਹਿਰ ਫਿਰ ਕੇ ਨਾ ਤੇ ਇਹਨਾਂ ਦੇ ਘਰ ਨੂੰ ਕਹਿਣਡੀਆਂ ਹੁੰਦੀਆਂ ਦੂਸਰੀਆਂ ਮੱਖੀਆਂ ਨੇ ਆ ਜਾਣੇ ਡੇਰੇ ਤੇ ਚੱਲੀ ਗਏ। ਤੇਰਾ ਬੰਗਲਾ ਮੈਨੂੰ ਪਤਾ ਵਾ, ਮਾਫੀ ਦੇ ਦੇ। एग्जेक्टिव क्लास किसे कहते हैं पता है? एग्जेक्टिव लोग, एलीट लोग, ਸਹੀ ਗੱਲ। जिनके सिग्नेचर पे लाखों लोग हैं, ਐਦੇ ਹੀ वो लोग ਯਾਰ ऐसे ही। ਤੌਬਾ, ਤੁਹਾਡੇ ਖਾਨਦਾਨ ਦੇ 11 ਨਿਆਣੇ ਤੁਹਾਡੇ ਗਟਰਾਂ 'ਚ ਡਿੱਗ ਡਿੱਗ ਮਰੇ। ਮਾਫੀ ਦੇ ਦੇ देखें, ये एक हादसा है, ये एक हादसा है। ਉਹ ਤੁਹਾਡੇ ਵਰਗਾ ਬੰਦਾ ਗਟਰ ਚੋਂ ਗੇਂਦ ਕੱਢੀ ਹੋਵੇ ਨਾ, ਪੈਰ ਨਾਲ ਰੇੜੇ ਕੇ ਘਰ ਲਿਆਉਂਦਾ ਵਾ। वो तेरे तरह बुल्ला नाल चौक के ले यार, हम लोग पढ़े लिखे लोग हैं, किताबों से ताल्लुक है फ्री। ਐਦੇ ਹੀ ਭਾਈ। ਮੱਖੀਆਂ ਕਹਿੰਦੀਆਂ ਨੇ ਕਿ ਤੇਰੀ ਟੈਨਸ਼ਨ ਆ, ਕੋਈ ਪ੍ਰੋਬਲਮ, ਦਾਨਿਸ਼ ਵੱਲ ਸਲਾਮ ਕਰਕੇ ਆ। ਦਾਨਿਸ਼ ਦੇ ਘਰ ਝਾੜੂ ਦੇ ਤੇਰਾ ਮੌਕਾ ਲੱਗ ਮੱਖੀ ਮੱਛਰ ਸਾਡੀ ਬਾਉਂਡਰੀ ਵਾਲ ਤੋਂ ਅੰਦਰ ਹੀ ਨਹੀਂ ਆ ਸਕਦੀਆਂ ਸੀ, ਉਹ ਸ਼ੁਆਵਾਂ ਵਾਲੀ ਲਵਾਈ ਐਦੇ ਹੀ ਭਰਾ, ਬਿਲਕੁਲ ਜੀ। ਕੋਈ ਇਨਸੈਕਟ ਕਿਸੇ ਕਿਸਮ ਦਾ ਵੀ ਨਹੀਂ ਅੰਦਰ ਆ ਸਕਦਾ। ਐਦੇ ਹੀ ਕਿਤੇ ਰੱਬੂ ਨੂੰ ਕਹਿੰਦੇ ਸੀ ਉਹ ਮੈਨੂੰ ਛੁਆਵਾਂ ਬੰਦ ਕਰ ਲੈਣ ਤੋਂ ਫੇਰ ਅੰਦਰ ਆਣਾ। ਉਹ ਤੇਰੇ ਤੇ ਸਮਾਨੀ ਬਿਜਲੀ ਡਿਗੇ, ਉਹ ਡਿੱਗ 2 ਪੀਸ ਹੋਏ ਨੇ ਇੰਜ ਕਰਕੇ। ਦੇਖੋ ਜਦੋਂ ਘਰਦਿਆਂ ਨੇ ਤੁਹਾਡੀ ਆਇਰਨ ਦੀ ਕਮੀ ਪੂਰੀ ਕੀਤੀ ਹੋਵੇ, ਖੁਰਾਕ ਖਲਾਈ ਹੋਵੇ, ਫਿਰ ਬਿਜਲੀ ਬੁਜਲੀ 2 ਟੋਟੇ ਹੀ ਹੋਣੇ। ਆਇਰਨ ਦੀ ਤੂੰ ਸਪਾਈਡਰ ਦੀ ਕਮੀ ਵੀ ਪੂਰੀ ਕਰਦੀ ਹੈ। ਔਰ ਇਹਨਾਂ ਦੇ ਘਰ ਸ਼ਵਾਵਾਂ ਜਿਹੜੀਆਂ ਹੁੰਦੀਆਂ ਨੇ ਨਾ ਪੂਰੇ ਮਹੱਲੇ 'ਚ ਫੈਲੀਆਂ ਹੁੰਦੀਆਂ, ਸਾਰੇ ਇੰਜ ਕਰਕੇ ਨੰਗੜੇ ਯਾਰ ਇਧਰ ਸ਼ਵਾਵਾਂ ਉਹੀ ਗੱਲਾਂ ਜੁਗਤਾਂ। ਫਸਲ ਭਾਈ ਮੇਰਾ ਇੱਕ ਸ਼ੌਕ ਸੀ, ਮੈਂ ਇਸ ਫੀਲਡ 'ਚ ਆ ਗਿਆ। ਅੱਛੀ ਗੱਲ। ਕਿਤਾਬਾਂ ਨਾਲ, ਅਸੀਂ ਕਿਤਾਬਾਂ ਨਾਲ ਖੇਲਣ ਵਾਲੇ ਲੋਕ ਆ, ਪੜ੍ਹੇ ਲਿਖੇ। ਕਿਤਾਬਾਂ ਨੇ ਸਾਡੇ ਘਰ ਰੱਦੀ ਦਾ ਕਾਰੋਬਾਰ। ਸਹੀ ਗੱਲ। ਤੁਹਾਡੇ ਲਈ ਉਹ ਰੱਦੀ ਆ, ਇੱਕ ਲਫ਼ਜ਼ ਕਰੋੜ ਰੁਪਏ ਦਾ ਹੁੰਦਾ। ਕਿਉਂ ਐਦੇ ਹੀ ਭਾਜੀ ਕਿਤਾਬ ਨਾ ਮਰਨ ਲੱਗਾ ਸੀ, ਉਹ ਕਰੰਟ ਵਾਲੀ ਕਿਤਾਬ ਨਹੀਂ ਚੱਲੀ, ਉਹ ਪੜਦਾ ਸੌਂ ਗਿਆ। ਉਹਦਾ ਸ਼ਾਰਟ ਪੇਜ ਪੜ ਆ ਜਾਏ। ਯਾਰ ਆ ਵੇਖ ਕਿੱਡਾ ਚੇਂਜ ਹੋਇਆ। ਇੱਕ ਕਰੰਟ ਵਾਲੀ ਕਿਤਾਬ, ਇੱਕ ਗਲਵਜ਼ ਹੁੰਦੇ ਸੀ ਕਰੰਟ ਵਾਲੇ, ਉਸ ਤੋਂ ਬਾਅਦ ਇੱਕ ਉਹ ਵੇਫਰ ਚਾਕਲੇਟ ਹੁੰਦੀ ਸੀਗੀ। ਹੁਣ ਆਂਡੇ ਦੇ ਚੱਲੇ ਬੱਚੇ ਐਂ ਹੀ ਕਰੀ ਜਾਂਦੇ ਆ ਯਾਰ, ਪਤਾ ਨਹੀਂ ਕੀ ਚੱਲਿਆ ਯਾਰ। ਅੱਛਾ ਸਾਰੀ ਜ਼ਿੰਦਗੀ ਕੱਚ ਚੋਂ ਕਰੰਟ ਵਾਲੀ ਕਿਤਾਬ ਲਈ ਸੀ, ਕਹਿੰਦਾ ਮੈਂ ਵਕੀਲ ਆ। ਯਾਰ ਮੈਂ ਵਕੀਲ ਹੀ ਆ। ਕੱਲ ਮੈਂ ਲਾ ਕੀਤਾ ਭਾਈ ਫਰੀ ਲਾ ਨਹੀਂ ਕੀਤਾ ਤੂੰ, ਹਲ ਲਾ 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 ਲਾ। ਮੈਂ ਸਹੀ ਅੱਛਾ यार तुसी ने हासिल वाली कायदे आजम लॉ कॉलेज इस्लामाबाद LLB पहले किया, उसके बाद LLM किया, यानी कि मास्टर भी किया, सिर्फ बैचलर नहीं। ਸਹੀ ਹੈ। ਦਾਈ ਸਾਹਿਬ ਤੁਸੀਂ ਛੋਟੇ ਹੁੰਦੇ ਨਾ ਐਸੇ ਐਕਸਪੀਰੀਅੰਸ ਨਾਲ ਨਾਲੇ ਜੀ ਬੈਠਾ ਕਰਦੇ ਨਾ, ਐਂ ਕਰਕੇ ਨੂੰ ਪਿੱਛ ਪਵਾ ਇਹ ਅਲੋ ਆਈ ਤੁਹਾਡਾ ਬਾਜੀ ਬਸ ਕਰਦੇ एक अलग ਲਾਗ ਹੈ ये एक अलग टैलेंट आर्ट ਆਰਟ ਐਂਡ ਕਰਾਫਟ। ਯਾਰ ਦਾਰਸ਼ ਕਰਕੇ ਪਤਾ ਨਹੀਂ ਗੰਦੀ ਦਾਈ ਤੇ ਬੈਠ ਕੇ ਲਾ 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 ਲਾ
ਲਾ ਲਾ ਲਾ ਲਾ ਲਾ गर्मी का मौसम हो गया ਆਏ। ਤਾਂ ਦਾ ਉੱਤੋਂ ਫਿਰ ਅੱਛੀ ਫਜ਼ਾ ਬਣ ਜੇ, ਛਾਂ ਜੀ ਹੋ ਜੇ ਹਲਕੀ ਹਲਕੀ ਬਾਰਿਸ਼, ਉਦੋਂ ਫਿਰ ਬੰਦਾ ਲਾ 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 ਕਰ ਲੈਂਦਾ ਵਾ। ਸਹੀ ਗੱਲ ਜੀ ਸਾਹਿਬ ਤੁਸੀਂ ਗੱਲਾਂ ਨਾ ਕਰੋ, ਸਾਡਾ ਜਿੱਥੇ ਰਹਿائش ਹੈ ਨਾ ਜਿੱਥੇ, ਉੱਥੇ ਪਹਿਲੇ ਹੀ ਗਲੀ ਦੇ ਬਾਹਰ ਲਿਖਿਆ ਹੋਇਆ ਹੈ ਕਿ ਸ਼ਾਇਰ ਆਮ ਨਹੀਂ ਹੈ। ਉਹ ਸਹੀ ਆ ਵੀ ਉਹਨਾਂ ਨੂੰ ਪਤਾ ਇਸ਼ਾਰਾ ਆਮ ਨਹੀਂ, ਜਿੰਨੇ ਜਾਣਾ ਉਹਦਾ ਮੋਬਾਈਲ ਵੀ ਹੈ ਨਹੀਂ, ਉਹ ਜੇਬਾਂ ਵੀ ਕੱਢ ਲੈਂਦੇ, ਸਾਰਾ ਕੁਝ ਹੀ। ਕੋਠੀ ਤੇ ਨਹੀਂ ਕਹਿਣਾ ਚਾਹੀਦਾ, ਮਾਂ ਛੋਟਾ ਜਿਹਾ 8-9 ਕਿੱਲਿਆਂ ਦਾ ਘਰ ਹੈ ਤੇ ਵੱਡੇ ਲੋਕ ਇਸੇ ਤਰ੍ਹਾਂ ਕਹਿੰਦੇ ਹੁੰਦੇ ਕਿ ਯਾਰ ਅਸੀਂ ਤੇ ਭਾਈ ਮਾੜੇ। ਅੱਛਾ ਜੈਮਰ ਲੱਗੇ ਨੇ ਉੱਥੇ, ਸਿੰਮਾਂ ਕੰਮ ਨਹੀਂ ਕਰਦੀਆਂ। ਹੈ ਉਹ ਭਾਈ ਉਹ ਜਗ੍ਹਾ ਕੀਲੀ ਹੋਈ ਆ, ਬੰਦ ਕੀਤੀ ਹੋਈ ਜਿਹੜਾ ਆਏ ਦੁਆਲੇ ਉੱਥੇ ਲਿਖ ਕੇ ਲਾਇਆ ਜੀ ਇਹ ਜਗ੍ਹਾ ਪ੍ਰਾਇ ਫਰੋਖਤਰੀ यहाँ पे साया है ਨਹੀਂ ਕਹਿੰਦੇ ਆ ਵੀ ਉਹ ਯਾਰ ਨਾ ਯਾਰ ਆ ਵੀ ਯਾਰ ਅੱਛਾ ਬਾਹਰ ਜਿਹਾ ਤਾਂ ਬਣਿਆ ਵਾ ਉੱਥੇ, ਹੁਣ ਕੀ ਲੱਗੇ ਉੱਥੋਂ ਦਿਲ ਕਰੇ ਪਹਿਲੇ ਬੱਕਰੀਆਂ ਨਹੀਂ ਵੇਖਦੀ ਨਿਕਲ ਕੇ ਫੇਰ ਕਿਦਾਰ ਬਾਹਰ ਆਉਂਦਾ। ਐਂਡ ਰਿਮੋਟ ਆ ਸਾਰੇ ਭਰਾਵਾਂ ਕੋਲ, ਐਂਡ ਰਿਮੋਟ ਕਰਦੇ ਗੇਟ ਆਪੇ ਖੁੱਲਦਾ ਆਪੇ ਬੰਦ। ਸੈਂਸਰ ਲੱਗੇ, ਉਸ ਰਿਮੋਟ ਨੇ ਸਾਰਾ ਕੁਝ ਚੱਲਦਾ, ਉਹਨੇ ਏਸੀ ਵੀ ਚੱਲ ਜਾਂਦਾ, ਟੀਵੀ ਵੀ ਚੱਲਦਾ, ਰਿਮੋਟ ਤੇ ਕੀਤਾ ਸਾਰਾ ਘਰ। ਮਲਟੀ ਫੰਕਸ਼ਨਲ ਹੈ ਨਾ। ਨਹੀਂ ਤੇ ਅੱਬੂ ਫਿਰ ਕਿਉਂ ਖਿਲਾਫ ਸੀ? ਉਹ ਨਹੀਂ ਖਿਲਾਫ ਯਾਰ, ਕੀ ਮੇਰੇ ਤੇ ਤਜ਼ਾਬ ਪਾਤਾ ਉਹਨੇ। ਅੱਛਾ ਇਸ ਤੋਂ ਗਾਉਂ ਨਾ ਕੀ ਪਾਉਣਾ, ਉਹਨਾਂ ਨੇ ਭਰਿਆ ਤਜ਼ਾਬ ਵਾਲਾ ਉਹ ਨਾ ਗੈਲਨ, ਜਦੋਂ ਕੋਲ ਲਿਆਂਦਾ ਨਾ ਉਹਨੇ ਕਿਹਾ ਯਾਰ ਇਹ ਤੇ ਪਹਿਲਾਂ ਹੀ ਪਿਆ ਹੈ। ਨਹੀਂ ਅਬੂ ਗੈਲ ਲੈ ਕੇ ਨਿਕਾ ਜੀ ਕਹਿੰਦਾ ਸਟ੍ਰॉ ਲਗਾ ਦੇ, ਇਸ ਵਿੱਚ ਸਟ੍ਰॉ ਠੀਕ ਹੈ। ਅੱਛਾ यार मेरे तजाब लेके ਜਦੋਂ ਆ ਰਹੇ ਸੀ ਨਾ, ਤੇ ਇੱਕ ਛੋਟੇ ਜਿਹੇ ਬੱਚੇ ਨੇ ਕਿਹਾ ਅੰਕਲ ਇਹ ਹਾਰਪਿਕ ਵਾਲਾ ਕੇਸ ਹੈ। ਅੱਛਾ ਉਹ ਬਦਲਿਆ ਭਾਜੀ, ਆਮ ਬੰਦਾ ਉੱਥੇ ਸਿਕਿਉਰਿਟੀ ਖਾਰਦਾਰ ਤਾਰ ਪੂਰੀ ਲੱਗੀ ਆਲੇ ਦੁਆਲੇ ਚਾਰ ਚਫੇਰ। ਖਾਰਦਾਰ ਥਾ। ਅੱਛਾ ਤੇਰੇ ਘਰ 'ਚ ਕੋਈ ਤਾਰ ਨਹੀਂ ਪਈ ਕਿ ਕੋਈ ਬਲਬ ਚਲਾ ਲਈਏ? ਨਾ ਯਾਰ ਖਾਰਦਾਰ ਤਾਰ। ਮਜ਼ਾਕ ਕਰਨ ਦੇ ਹੋ ਯਾਰ, ਕੱਪੜੇ ਬੰਨਣ ਨੂੰ ਤਾਰ ਹੈ ਨਹੀਂ ਤਾਰ। ਤੁਸੀਂ ਫਿਰ ਯਾਰ ਉਹੀ ਗੱਲ ਕਰ ਦਿੱਤੇ। ਪਹਿਲਾਂ ਇੱਕ ਤਾਇਆ ਮਰਿਆ ਸੀ, ਉਹਦੀ ਨਾੜ ਕੱਢ ਕੇ ਤੁਸੀਂ ਕੱਪੜੇ ਕੱਪੜੇ ਟੰਗਣ ਵਾਲੀ ਤਾਰ ਬਣਾਈਏ। ਮਾਫ ਕਰਦੇ ਯਾਰ, ਫਿਰ ਉਹ ਯਾਰ ਤੁਸੀਂ ਕਿਉਂ ਯਾਰ ਅੱਜ ਘਟਿਆ ਯਾਰ? ਸਾਰੇ ਘਟਿਆ ਲੋਕ ਨੇ, ਇਹਨਾਂ ਦੀ ਸੋਚ ਵੀ ਘਟਿਆ। ਮੋਟਰਵੇ ਦੇ ਉੱਤੇ ਨੀਲੇ ਕਲਰ ਦਾ ਬੋਰਡ ਲੱਗਾ ਹੋਇਆ, ਗੁੱਜਰ ਹਾਊਸ ਇਸ ਤਰਫ ਕੋ ਉਤਰੇ ਬਣਿਆ ਨਾ ਹੁੰਦਾ ਤੇ ਬੜੇ ਸੀ ਛੋਟਾ ਬੜਾ 10 ਰੁਪਏ ਵੀ ਲਿਖਿਆ ਹੋਇਆ। ਅੱਛਾ ਛੋਟਾ ਵੱਡਾ 10 ਨਹੀਂ, ਛੋਟਾ 10 ਵੱਡਾ ਛੋੜਾ ਵੱਡਾ ਯਾਰ ਮੋਟਰ ਤੋਂ ਟੀ ਚੱਲਣ ਨਹੀਂ ਨਾ ਉਧਰ। ਇੱਕ ਸਾਨੂੰ ਫੋਨ ਛੋੜ ਕੇ ਪਰੇਸ਼ਾਨ ਹੋ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਇਸਲਾਮਾਬਾਦ ਵੱਡੇ ਦਾ ਰੇਟ ਹੈ। ਗੌਰਮੈਂਟ ਦੀ ਅਪੀਲ ਕੀਤੀ ਸਾਡੀ ਵੀ ਮਹਿੰਗਾਈ ਕਰੋ, ਭਾਈ ਬਾਥਰੂਮਾਂ ਦੀ ਵੀ ਮਹਿੰਗਾਈ ਕਰੋ। ਪ੍ਰਮੋਸ਼ਨਾਂ ਅਸੀਂ 50 ਰੁਪਏ ਕਰਦੇ ਪ੍ਰਮੋਸ਼ਨਾਂ ਕਰਾਉਂਦਾ ਫਿਰ ਫਿਲਮ ਸਾਲ ਕੇ ਇੱਧਰ ਕਹਿੰਦੇ ਇੱਥੇ ਕਰਕੇ ਜਾਓ ਜੀ। ਤੁਸੀਂ ਇਹ ਸਿਸਟਮ ਵੇਖਿਆ ਹੀ ਨਹੀਂ, ਤੁਸੀਂ ਅਣਜਾਣ ਹੋ ਇਹਨਾਂ ਚੀਜ਼ਾਂ ਤੋਂ। ਐਦਾਂ ਹੀ ਨੌਕਰ ਮੁਲਾਜ਼ਮ, ਟੀਵੀ ਲਾਉਂਜ, ਵੱਡੇ ਕਾਰ ਲੋਨ। ਅੱਛਾ ਨੌਕਰ ਵੀ ਨੇ ਯਾਰ ਸਾਰੇ ਭਰਾ, ਤੁਸੀਂ ਨੌਕਰ ਹੋ ਜਾਂ ਮਤਲਬ ਕੋਈ ਹੋਰ? मोटरवे तो शक तुम गड्डी को तो हम तो लाओ ना, इंज गड्डी रोकती है तो बच्चा गड्डी च बैठेगा मकान सड़या होया इंज करके पैसे मंगूगा। ਐਦਾਂ ਤਾਂ ਵੀ ਕਰੂੰਗਾ ਐਦਾਂ। ਮਾਸ਼ਾਅੱਲਾ, ਇਹਦਾ ਮਤਲਬ ਅਸੀਂ ਆਪਣੇ ਇਲਾਕੇ ਦੇ ਵਿੱਚ ਨਾ ਮਸ਼ਹੂਰ ਆ, ਹਰ ਜੁਮੇਰਾਤ ਵਾਲੇ ਦਿਨ रोटी लेने हैं ਜਿਹੜੀ ਮਰਿਆ ਉਹ ਯਾਰ ਨਹੀਂ ਯਾਰ, ਰੋਟੀ ਕੌਣ ਨਹੀਂ ਲੈਂਦਾ? ਤੂੰ ਨਹੀਂ ਲੈ ਕੇ ਆਉਂਦਾ ਹੋਟਲ ਤੋਂ, ਅਸੀਂ ਨਹੀਂ ਲੈ ਕੇ ਆਉਂਦੇ। ਮਰਿਆ ਹੋਇਆ ਦੇ ਦੀ ਭਾਜੀ ਜੁਮੇਰਾਤ ਆ ਤੇ ਯਾਰ ਪੀਜ਼ੇ ਵੰਡਦੇ ਆ। ਇਹਨਾਂ ਨੂੰ ਨਾ ਇੱਕ ਬਜ਼ੁਰਗਾਂ ਨੂੰ ਇਹ ਬਖਸ਼ੀਸ਼ ਹੈਗੀ ਹੈ, ਕੀ ਹਰ ਨਚੰਦੀ ਜੁਮਰਾਤ ਇਹਨਾਂ ਨੂੰ ਚਪੇੜਾਂ ਪੈਂਦੀਆਂ। ਯਾਰ ਚਪੇੜਾ ਨਹੀਂ ਪਾਇਨ ਫਸਲ, ਜਿਹੜੇ ਗਰੀਬ ਲੋਕ ਪੀਜ਼ਾ ਨਹੀਂ ਖਾ ਪਾਉਂਦੇ, ਅਸੀਂ ਜੁਮੇਰਾਤ ਦੇ ਜੁਮੇਰਾਤ ਪੀਜ਼ੇ ਵੰਡਦੇ, ਤਕਰੀਬਨ 800-900 ਪੀਜ਼ਾ ਵੰਡੇ। ਨਹੀਂ ਤੁਹਾਡੇ ਹੱਥੋਂ ਲੈ ਲੈਂਦੇ ਆ। ਨਹੀਂ ਬੰਦੇ ਰੱਖੇ ਅਸੀਂ ਤੇ ਯਾਰ। ਉਹ ਡੱਬੇ ਚ ਹੁੰਦਾ ਵਾ, ਉਹਨਾਂ ਨੂੰ ਕਿਹੜਾ ਹੱਥ ਲਾ ਕੇ ਲਪੇਟ ਕੇ ਦੇਣਾ? ਕੀ ਹੋ ਗਿਆ ਯਾਰ? ਡੱਬੇ ਚ ਜਿੰਨਾ ਮਰਜ਼ੀ। ਅੱਛਾ ਯਾਰ ਨਾਲੇ ਯਾਰ ਮੁਲਾਜ਼ਮ ਵੰਡਦੇ, ਅਸੀਂ ਤੇ ਸਿਰਫ ਪੈਸੇ ਦੇਈਦੇ ਨੇ ਤਾਂ ਕਿ ਲੋਕ ਚੁੱਪ ਕੇ ਉਹ ਸੱਜੇ ਹੱਥ ਨਾਲ ਦਿਓ, ਖੱਬੇ ਨੂੰ ਪਤਾ ਵੀ ਨਹੀਂ ਉਹ ਯਾਰ ਮੈਂ ਨਾਲੇ ਸੁਣਿਆ ਬਾਥਰੂਮ ਚ ਵੀ ਹੁਣ ਕਾਰਡ ਇੰਜ ਮਾਰ ਕੇ ਜਾਣਾ ਸੀ। ਨਹੀਂ ਫਿੰਗਰ ਲਾ ਕੇ ਆਇਆ ਵੱਡੇ ਭਰਾ ਦਾ, ਉਹ ਕੰਮ ਤੇ ਚੱਲ ਜਾਂਦਾ, ਉਹਦੀ ਉਂਗਲ ਉੱਥੇ ਟੰਗੀ ਹੈ। ਉਹ ਖੋਲ੍ਹੋ। ਇਹਨਾਂ ਦੇ ਇੱਕ ਭਰਾ ਦੀ ਬਾਂਹ ਵੜਤੀ ਸੀ, ਕਹਿੰਦਾ ਇਹਦੇ ਸੱਜੇ ਹੱਥ ਨੂੰ ਪਤਾ ਲੱਗ ਜਾਂਦਾ। ਨਹੀਂ ਯਾਰ ਬੜਾ ਕੰਮ ਹੈ ਬੜੀ ਗੱਲ ਯਾਰ। ਦੇਖੋ ਜੀ, ਜਿਸ ਤਰ੍ਹਾਂ ਅੱਲਾਹ ਤਾਲਾ ਨੇ ਦਿੱਤਾ ਵਾ, ਅੱਗੇ ਅਸੀਂ ਇਦਾਂ ਹੀ ਲਾ ਰਹੇ ਲੋਕਾਂ ਤੇ, ਠੀਕ ਹੈ। ਉਹ ਤੇ ਅੱਬੂ ਖਿਲਾਫ ਆ ਤੇਰੇ, ਉਹਨਾਂ ਦੀ ਵਜ੍ਹਾ ਉਹ ਵਾ। ਯਾਰ ਕੀ ਅੱਬੂ ਨੇ ਆ ਕੇ ਇੱਥੇ ਪੈਰ ਸਾੜਤਾ ਬੂਏ ਤੇ? ਨਹੀਂ ਉਹ ਕਹਿੰਦੇ ਯਾਰ ਫੀਲਡ ਦੇ ਖਿਲਾਫ ਉਹ ਕਹਿੰਦੇ ਨਹੀਂ ਭਾਜੀ ਜੋ ਧੂਆਂ ਹੀ ਨਹੀਂ ਬੰਦ ਹੋਣਾ ਬਰਬਾਦ ਸਾਰੇ ਨਜ਼ਰ ਹੀ ਕੁਛ ਨਹੀਂ ਜਾਉਣ ਆਇਆ ਕਰਕੇ ਮੁੰਡਾ ਕਿੱਥੇ ਆ। ਯਾਰ ਉਹ ਰਹਿੰਦੇ ਜ਼ਿਆਦਾ ਹੁਣ ਬਜ਼ੁਰਗ ਹੋ ਗਏ ਨੇ, ਉਹ ਜ਼ਿਆਦਾ ਟਰੈਵਲ ਤੇ ਹੀ ਰਹਿੰਦੇ ਆ,
ਟਰੈਵਲ ਤੇ ਹਾਂ ਫਿਰਦੇ ਤੁਰਦੇ ਨੇ, ਕਦੀ ਭਾਈ ਹਲ ਚਲੇ ਗਏ, ਪੈਰਿਸ ਰਹਿੰਦਾ ਨਾ ਵੱਡਾ ਭਾਈ, ਉਹਦੇ ਹਲ ਕਿਤੇ ਛੁੱਟੀਆਂ ਗੁਜ਼ਾਰੇ 10 ਦਿਨ ਰਹੇ, ਨਹੀਂ ਹਾਂਜੀ 10 ਦਿਨ ਵਾਪਸ ਟੋਰਾਂਟੋ ਆ ਗਏ ਕੈਨੇਡਾ, ਉੱਥੇ ਅੱਛਾ ਸਵਾਲ ਇਹ ਸੀ ਕਿ ਤੁਹਾਡੀ ਫੈਮਿਲੀ ਤੁਹਾਡੇ ਇਸ ਕੰਮ ਦੇ ਵਿੱਚ ਕਿੰਨਾ ਕੁ ਇਨਵੋਲਵ ਹੁੰਦੀ ਹੈ ਕਿ ਦਾਨਿਸ਼ ਨੂੰ ਵੇਖਦੇ ਨੇ ਜਾਂ ਜਾਂਦੇ ਹੋ ਤੁਸੀਂ ਕਿਤੇ ਫੰਕਸ਼ਨ, ਫੈਮਿਲੀ ਫੰਕਸ਼ਨ ਤੇ, ਕਿਸੇ ਬਰਥਡੇ ਤੇ, ਕਿਸੇ ਸ਼ਾਦੀ, ਕਿਤੇ ਫੌਤਗੀ ਤੇ, ਤੁਹਾਨੂੰ ਲੋਕ ਕਿਸ ਤਰ੍ਹਾਂ ਟ੍ਰੀਟ ਕਰਦੇ ਐਜ਼ ਲਾਈਕ ਬਿਫੋਰ ਦਾਨਿਸ਼ ਜਾਂ ਮਤਲਬ ਕਿ ਹੁਣ ਨਹੀਂ ਪਹਿਲੇ ਮੇਰੇ ਹਿਸਾਬ ਨਾਲ ਬੜੀ ਘੁਲ ਮਿਲ ਜਾਂਦੇ ਸੀ ਅਸੀਂ, ਹੁਣ ਮੈਂ ਘੱਟ ਜਾਂਦਾ। ਦਰਅਸਲ ਪਤਾ ਕੀ ਸਾਡੀਆਂ ਸ਼ਾਦੀਆਂ ਤੁਹਾਡੇ ਤਰ੍ਹਾਂ ਨਹੀਂ ਕਿ ਮਹਿੰਦੀ ਵਲੀਮਾ ਬਰਾਤ ਖਤਮ, ਨਹੀਂ ਨਹੀਂ ਜੰਗਲੀ ਲਿਬਾਸ ਪਾ ਕੇ ਕਰਦੇ ਤੁਸੀਂ ਕੀ ਮਸਲਾ ਤੈਨੂੰ ਜੰਗਲੀ ਲਿਬਾਸ ਉਹਨਾਂ ਦੇ ਉਹ ਵੀ ਪਤਾ ਨਹੀਂ ਹੈਗੇ ਨੇ ਭਾਈ ਜ਼ਿੰਦਾ ਬਾਂਦਰ ਖਾਣ ਵਾਲੀ ਆਈਟਮ ਕਰਦੇ ਆ ਭਾਜੀ। ਗਲਤ ਕਰਦਾ ਨਾ, ਲਿਬਾਸ ਤੇ ਲਿਬਾਸ ਹੀ ਹੁੰਦਾ ਨਾ। ਇਹ ਉਹ ਕੌਮ ਹੀ ਜਿਹੜੇ ਕੁੱਤੇ ਦੇ ਸਿਰ 'ਚ ਡੰਡਾ ਮਾਰ ਕੇ ਖਾਂਦਾ ਫੁਰਕੀ ਖੇਡ ਕੇ ਨਾਲ ਕੇ ਸਾਥ ਸਹਿਬ ਨਾ ਭੁੱਲ ਜਾਂਦੀ ਨਾ। ਸਾਥ ਸਭ ਪੁੱਛ ਹੈਲਦਾ ਵਿਆਹ ਤੇ ਫਿਰ ਯਾਰ ਕਿਸੇ ਮੌਜੂਦ ਸੌਰੀ ਜੀ ਕਿਦਾਂ ਕਿਉਂ ਨਹੀਂ ਸਾਡੀ ਜਾਂਦੇ ਹੁੰਦੀ ਹੈ ਮਹਿੰਦੀ ਬਰਾਤ ਵਲੀਮਾ, ਇਹਨਾਂ ਦਾ ਸਾਟਾ ਵੀ ਨਾਲ ਹੁੰਦਾ ਹੈ। 8-8 9-9 ਮਹੀਨੇ 10-10 ਮਹੀਨੇ ਸਾਲ ਸ਼ਾਦੀ ਚੱਲਦੀ ਰਹਿੰਦੀ ਹੈ। ਉਹ ਭਾਜੀ ਅੱਲਾ ਦੇ ਬੰਦੇ ਇਸ ਰੰਗ ਨੂੰ ਪਹਿਲੇ ਮਨਾਉਣ ਤੇ ਟਾਈਮ ਲੱਗਦਾ ਵਾ, ਸਾਲ ਤਰਲੇ ਕਰਦੇ ਵੀ ਇਹਨੂੰ ਦੇ ਦੇ ਬੱਚੀ, ਉਹ ਨਹੀਂ ਮੰਨਦੇ। ਉਹ ਚਵਲਾ ਨਾ ਮਾਰ, ਉਹ ਰੱਖ ਲੈਂਦੇ ਨੇ ਪਹਿਲਾਂ ਹੀ ਸ਼ਾਦੀ, ਬਾਅਦ ਚ ਕੁੜੀ ਲੱਭਦੇ ਨੇ, ਬਾਅਦ ਚ ਮੁੰਡਾ ਲੱਭਦੇ ਨੇ, ਪਹਿਲਾਂ ਵਿਆਹ ਰੱਖ ਲੈਂਦੇ ਨੇ, ਇਦਾਂ ਹੀ ਨਾ। ਵਿਆਹ ਕੀ ਅਸੀਂ ਇਮੇਜਿਨ ਕਰਦੇ ਹਾਂ। ਨਹੀਂ ਫੇਰ ਵੀ ਯਾਰ ਦੇਖੋ ਵੱਡੇ ਲੋਕਾਂ ਨੂੰ ਬੁਲਾਣਾ ਹੁੰਦਾ, ਹੁਣ ਮੈਂ ਮਿਸਾਲ ਦੇ ਤੌਰ ਤੇ ਮਾਰਕ ਜ਼ੁਕਰਬਰਗ ਨੂੰ ਬੁਲਾਣਾ ਹੋਵੇ, ਉਹਦੇ ਸ਼ਡਿਊਲ 'ਚ ਟਾਈਮ ਹੋਵੇ ਅਗਲੇ ਮਹੀਨੇ ਦਾ, ਉਹ ਤੂੰ ਭੋਲਾ ਕਹਿ, ਨੰਨਾ ਕਹਿ, ਤੋਤੀ ਕਹਿ, ਅੱਜ ਕਿੱਧਰ ਖਪਾਉਣੇ ਆ ਯਾਰ ਆ ਖੰਡੂ ਕਹਿ। ਇਹਨਾਂ 'ਚ ਵੱਡਾ ਪਤਾ ਕਿਹਨੂੰ ਕਹਿੰਦੇ, ਜਿਹਦਾ ਸਿਰ ਵੱਡਾ ਹੋਵੇ। ਲੇਕਿਨ ਦਾਨਿਸ਼ ਸਾਹਿਬ ਸਿਰਫ ਅਸੀਂ ਸਵਾਲ ਇਹ ਕੀਤਾ ਕਿ ਤੁਹਾਡੀ ਫੈਮਿਲੀ 'ਚ ਆਹੋ ਹਾਂਜੀ ਮੇਰੇ ਖਿਲਾਫ ਆ ਕਿ ਨਹੀਂ ਇਹ ਨਹੀਂ, ਹੁਣ ਕਿੱਦਾਂ ਦਾ ਮਾਹੌਲ ਹੈ ਜਦੋਂ ਤੁਸੀਂ ਆਰਟਿਸਟ ਨਹੀਂ ਸੀ ਹਾਂਜੀ ਤੇ ਹੁਣ ਤੁਸੀਂ ਬਣ ਗਏ, ਕੀ ਗੱਲ ਸਬਰ ਕਰਨਾ, ਐਂਕਰ ਮੈਂ ਹਾਂ ਹਾਂ ਅੱਛਾ ਤੁਸੀਂ ਤੁਸੀਂ ਆਰਟਿਸਟ ਨਹੀਂ ਸੀ ਜੀ ਹੁਣ ਵੀ ਯਾਰ ਨਿਕੇ ਨਹੀਂ ਯਾਰ ਫੇਰ ਵੀ ਸਪੋਰਟ ਕੀਤੀ ਘਰ ਲਿਆ ਨਹੀਂ ਕੌਣ ਯਾਰ ਕੀ ਉਹ ਸਪੋਰਟ ਨਹੀਂ ਹੁੰਦੀ। ਸਹੀ ਗੱਲ ਹੈ ਨਾ, ਪੁੱਛਣ ਤੇ ਉਹ ਸਪੋਰਟ ਚਾਚਾ ਲਾ ਕੇ ਜਾਵੇ ਹੁਣ। ਸਪੋਰਟ ਸਾਡੇ 'ਚ ਨਾ ਨਹੀਂ ਕਰੀਦੀ, ਅਸਲ 'ਚ ਅਸੀਂ ਚਾਹੁੰਦੇ ਕਿ ਸੈਲਫ ਸਰਵਿਸ ਲੋਕ ਹਾਂ, ਅਸੀਂ ਆਪਣਾ ਕੰਮ ਆਪ ਕਰਨਾ। ਜਦੋਂ ਅਸੀਂ 14 ਸਾਲ ਦੇ ਹੁੰਦੇ ਨਾ, ਸਾਡੇ ਵਾਲਿਦੈਨ ਸਾਡੇ ਅਕਾਊਂਟਾਂ 'ਚ 10 ਮਿਲੀਅਨ ਪਾ ਦਿੰਦੇ ਨੇ ਕਿ ਲੋ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਗੁਜ਼ਾਰੋ। ਯਾਰ ਤੁਹਾਡੀਆਂ ਅੱਖਾਂ ਕਿੰਨੇ ਦਿਨਾਂ ਬਾਅਦ ਖੁੱਲਦੀਆਂ ਅੱਖਾਂ ਸਰ ਹਰ ਉਸ ਦਿਨ ਖੁੱਲਦੀਆਂ ਜਦੋਂ ਅਸੀਂ ਕਿਸੇ ਤੁਹਾਡੇ ਵਰਗੇ ਦੋਸਤ ਤੇ ਇਤਬਾਰ ਕਰ ਲਈਦਾ, ਉਦੋਂ ਅੱਖਾਂ ਖੁੱਲ ਜਾਂਦੀਆਂ। ਅੱਛਾ ਤੁਹਾਡੀ ਵੈਕਸੀਨੇਸ਼ਨ ਵੀ ਹੁੰਦੀ ਹੈ ਨਾ? ਸਾਡਾ ਕੀ ਪਿੰਜਰਾ ਹੁੰਦਾ ਵਾ? ਵੈਕਸੀਨੇਸ਼ਨ ਅੱਛਾ ਨਹੀਂ ਵੈਕਸੀਨ ਵੀ ਹੁੰਦੀ ਨਾ ਤੇ ਲੈ ਤਾਂ ਪਿੰਜਰਾ ਵੀ ਹੁੰਦਾ, ਸਾਡਾ ਡਾਕਟਰ ਵੀ ਇੱਕ। ਅੱਬੂ ਕੀ ਚਾਹੁੰਦੇ ਸੀਗੇ ਇਹ ਬਣੇ ਮੇਰਾ ਪੁੱਤਰ? ਅੱਬੂ ਚਾਹੁੰਦੇ ਸੀ ਕਿ ਮੈਂ ਪ੍ਰੋਫੈਸਰ ਬਣਦਾ। ਇਹ ਚੋਰ ਬਣ ਗਿਆ ਭਾਜੀ, ਜੇਬਾਂ ਕੱਟਣ ਲੱਗ ਪਿਆ, ਡਗੇਟ ਬਣ ਗਿਆ, ਬੁੱਕ ਚੱਕ ਲਈ ਕਿਸੇ ਦੀ, ਕਿਸੇ ਦਾ ਕੁੜੇ ਵਾਲਾ ਛਾਪਰ ਗਾਇਬ ਕਰਤਾ, ਕਿਉਂਕਿ ਮੇਰਾ ਕੂੜੇ ਵਾਲਾ ਛਾਪਰ ਗਾਇਬ ਕਰਕੇ ਆਹੋ ਗੈਸ ਬਣਾਉਂਦਾ ਰਿਹਾ ਨਾ ਸਾਇੰਸਦਾਨ ਵੀ, ਉਹ ਪਾਈਆ ਗੈਸ ਬਣਾ ਲਈ, ਕੋਈ ਆਪਣੇ ਆਪ ਨੂੰ ਹੋ ਗਈ। ਯਾਰ ਅੱਪਾ ਜੀ ਨੇ ਇਹੀ ਕਿਹਾ ਕਿ ਯਾਰ ਜਦੋਂ ਤੋਂ ਮੇਰਾ ਬੇਟਾ ਦਾਨਿਸ਼ ਹੋਇਆ ਨਾ, ਮੇਰਾ ਡਿਟੋਲ ਬਹੁਤ ਲੱਗਣ ਨਹੀਂ ਮੈਂ ਸੰਜੀਦਾ ਸਵਾਲ ਪੁੱਛਿਆ ਸੀ ਕਿ ਫੈਮਿਲੀ 'ਚ ਹੁਣ ਤੁਸੀਂ ਜਦੋਂ ਫੈਮਿਲੀ ਫੰਕਸ਼ਨਸ ਜਾਂਦੇ ਹੋ ਹਾਂਜੀ ਤੇ ਤੁਸੀਂ ਹੁਣ ਜਦੋਂ ਆਰਟਿਸਟ ਬਣ ਗਏ, ਤੁਹਾਨੂੰ ਹੁਣ ਕਿੱਦਾਂ ਟ੍ਰੀਟ ਕਰਦੇ ਫੈਮਿਲੀ? ਯਾਰ ਫਰੀਦ ਐਵੇਂ ਆਟਮਾ ਕਰਦਾ, ਚੁੱਪ ਕਰੀਆ ਕਰ ਯਾਰ। ਅੱਛਾ ਹੁਣ ਯਾਰ ਜਦੋਂ ਤੁਸੀਂ ਹੁਣ ਫੈਮਿਲੀ ਫੰਕਸ਼ਨ ਤੇ ਜਾਂਦੇ ਹੋ, ਸਾਰੇ ਇੱਕ ਨੂੰ ਠਹਿਰ ਗਏ, ਉਹੀ ਉਹ ਕਿਸ ਤਰ੍ਹਾਂ ਟ੍ਰੀਟ ਕਰਦੇ ਤੈਨੂੰ, ਕੀ ਨਹੀਂ ਕਿ ਸੋਚਦੇ? उन्होंने भी यही पूछा था। ਉਹ ਪੁੱਛਣਾ ਮੈਂ ਦੱਸਾਂ ਹਾਂ ਪੁੱਛਣਾ ਉਹਦਾ ਜ਼ਿਆਦਾ ਭਾਰ ਹੁਣ ਇਹ ਹੈ ਕਿ ਜਿੱਥੋਂ ਮੈਂ ਪਹੁੰਚ ਜਾਂਦਾ, ਜਿਸ ਸ਼ਹਿਰ 'ਚ ਸ਼ਾਦੀ ਹੁੰਦੀ ਉੱਥੇ ਉਹ ਬੱਗੀਆਂ ਦੇ ਨਾਲ ਆਉਂਦੇ ਨੇ। ਨਹੀਂ ਮੈਂ ਸੰਜੀਦਾ ਪੁੱਛਿਆ ਤਾਂ ਸੰਜੀਦਾ ਹੀ ਦਾ ਉਦੋਂ ਦਾ ਮੈਂ ਮਜ਼ਾਕ ਲੱਗਾ ਨਹੀਂ ਉਹ ਬਗੀਏ ਨਾਲ ਆਉਂਦੇ ਆ ਜੀ, ਬੱਗੀਆਂ ਨਾਲ। ਉਹ ਜਿਹੜੀਆਂ ਕੁੜੀਆਂ ਫੁੱਲ ਸੁੱਟਦੀਆਂ ਨੇ ਉਹ ਲੈਂਡ ਸਰਕਲ ਹੁੰਦੀਆਂ ਹੁੰਦੀਆਂ ਨੇ, ਬੱਗੀ ਲੰਘਦੀ ਫੁੱਲ ਸੁੱਟ ਰਹੇ। ਹਾਂਜੀ ਜਦੋਂ ਆਰਟਿਸਟ ਨਹੀਂ ਸੀ ਉਦੋਂ ਫੁੱਲ ਨਹੀਂ ਸੀ ਸੁੱਟਦੇ, ਬੱਗੀਆਂ ਉਦੋਂ ਵੀ ਆਉਂਦੀਆਂ। ਉਹ ਕੁੜੀਆਂ ਤੇ ਦੇਨੀ ਤਵਾਦਨ ਦਰੁਸਤ ਨਹੀਂ ਜਨਾਬ, ਮੇਰੇ ਕੋਲ ਸੁਣ ਲਓ ਪਹਿਲੇ ਗੱਲ, ਠੀਕ ਹੈ? ਉਹਨਾਂ ਨੇ ਕਿਤੇ ਮੰਨਤ ਮੰਗੀ ਸੀ, ਉਹਨਾਂ ਨੇ ਕਿਹਾ ਕੋਈ ਜਿੰਨ ਟੈਪ ਬੰਦਾ ਆਵੇ, ਚੜੇਲ ਟੈਪ, ਉਹ ਤੇ ਫੁੱਲ ਸੁੱਟਣੇ ਤੁਹਾਡਾ ਕੰਮ ਟੈਪ ਹੋ ਜਾਏ। ਉਹ ਫੁੱਲ ਸੁੱਟ ਕੇ ਤਾਂ ਗਏ ਉਹ ਬਾਜੀ ਨੇ ਫੁੱਲ ਸੁੱਟ ਤੇ ਸਾਈਡ ਤੇ ਹੋਰ ਕਿ ਬਜਰੀ ਪਾਈ ਪਲੇਟਾਂ ਉਹ ਮਾਰੀ ਅੱਖਾਂ 'ਚ ਪਾਈ ਗਏ। ਅੱਛਾ ਜਾਂਦੇ ਸਨ ਕਿ ਪ੍ਰੋਫੈਸਰ ਬਣੇ, ਤੇ ਅੰਮੀ ਕੀ ਜਾਂਦੇ ਸਨ? ਅੰਮੀ ਚਾਹੁੰਦੇ ਸੀ ਜੋ ਅੱਬੂ ਕਹਿੰਦੇ ਹੋ। ਉਹ ਵੀ ਚਾਹੁੰਦੇ ਸੀ ਅੱਬੂ ਦੀ ਗੱਲ ਤੇ ਹੱਲ ਸੁਣ ਲੈ। ਯਾਨੀ ਕਿ
ਤੁਹਾਡੀ ਵਾਲਦਾ ਦੀ ਸੋਚ ਡਿਫਰੈਂਟ ਸੀ ਤੁਹਾਡੇ ਕੋਲ। हाँ जी बिल्कुल एक दूसरे दिन मुखालफ अब्बू जी ने जो कहा ना कि प्रोफेसर बनेगा अम्मी ने उसी टाइम ही कहा कि ओके ਅੱਛਾ ਫੈਸਲ ਸਾਹਿਬ ਮੈਨੂੰ ਇਹ ਵੀ ਪਤਾ ਲੱਗਾ ਵੀ ਤੁਹਾਡੇ ਸਾਰੇ ਖਾਨਦਾਨ ਨੇ ਥੂ ਥੂ ਕੀਤਾ ਤੁਹਾਡੇ ਤੇ ਐਸ लो विच बंदे ने उल्टियां भी कीतियां ਯਾਰ ਚੌਲਾਂ ਨਾ ਮਾਰਿਆ ਕਰ। ਅੱਛਾ ਯਾਰ ਮੈਨੂੰ ਇਹ ਵੀ ਪਤਾ ਲੱਗਾ ਕਿ ਯਾਰ ਸਵਾਲ ਉਹਨੂੰ ਕਰਦਾ ਉਹਦੇ ਤੇ ਬਾਅਦ उधरों सिख के कम आई जा ਮੈਨੂੰ ਇਹ ਵੀ ਪਤਾ ਲੱਗਾ ਤੇਰੇ ਖਾਨ ਨੇ ਬੜਾ ਥੂ ਥੂ ਵੀ ਕੀਤਾ ਕਿਸੇ ਨੇ। ਉਹ ਆਪਾਂ ਇੱਕ ਡਾਂਸ ਵਾਲਾ ਸ਼ੋਅ ਕੀਤਾ ਸੀ ਯਾਰ ਡਾਂਸ ਵਾਲਾ ਸ਼ੋਅ ਕੀਤਾ ਆਹੋ ਆਹੋ ਉਸ ਰੱਖਿਆ ਉਦੋਂ ਗੰਨਾ ਨਿਕਲ ਆਈਆਂ ਸੀ ਕਿੱਥੋਂ? ਨਹੀਂ ਸੀਰੀਅਸ ਦੱਸੋ ਕਿ ਕੀ ਮਸਲਾ ਹੋਇਆ ਹਾਂ ਡਾਂਸ ਵਾਲਾ ਸ਼ੋਅ ਕੀਤਾ ਭਾਜੀ ਅੱਧੀ ਬਰਾਦਰੀ ਅੱਧੀ ਰਿਸ਼ਤੇਦਾਰ ਸਾਡੇ ਫਾਰਮ ਹਾਊਸ ਤੇ ਆ ਗਏ ਕਿੱਥੇ ਫਾਰਮ ਹਾਊਸ ਤੇ ਯਾਰ ਤੇਰੀ ਜ਼ਿੰਦਗੀ 'ਚ ਨਾ ਤੇਰਾ ਹਲੇ ਤੱਕ ਬੇਫਾਮ ਨਹੀਂ ਅਪਲਾਈ ਹੋਇਆ ਤੇਰਾ ਫਾਰਮ ਹਾਊਸ ਕਿੱਥੋਂ ਬਣ ਜਾਣਾ ਓਏ ਗੰਨਾ ਭਲਾ ਕਿਹਨੇ ਕੱਢੀਆਂ ਖੁਸਰਿਆਂ ਨੇ ਸਾਰੇ ਖਵਾਜਾ ਸਰਾ ਗਏ ਵੀ ਸਾਡਾ ਜੀ ਇਹ ਐਸਾ ਐਕਟ ਕੀਤਾ ਨੇ ਨਹੀਂ ਇਹ ਨਹੀਂ ਕਿਹਾ ਵੀ ਸਾਡਾ ਜੀ ਉਹਨਾਂ ਕਿਹਾ ਵੀ ਇਹਨੂੰ ਵੀ ਸਾਡੀ ਜੀਆਂ ਚ ਪਾਤਾ ਜੀ ਇਹਨੇ ਜ਼ਰੂਰਤ ਕਿੱਦਾਂ ਹੋਈ ਹੈ ਡਾਕਟਰ ਹੋਣ ਦੀ ਇੱਧਰ? ਅੱਛਾ ਵੈਸੇ ਦਾਨਿਸ਼ ਸਾਹਿਬ ਵੈਸੇ ਇੱਕ ਸਵਾਲ ਆ ਕਿ ਤੁਸੀਂ ਇਹ ਮਤਲਬ ਤੁਹਾਨੂੰ 4 ਪੈਸੇ ਤੁਹਾਡੀ ਜ਼ਿੰਦਗੀ 'ਚ ਇਕੱਠੇ ਹੋ ਜਾਣ ਥੋੜੀ ਅਮਾਉਂਟ ਤੇ ਤੁਸੀਂ ਇਹ ਕੰਮ ਛੱਡ ਦਿਓ ਯਾਰ ਨਾ ਯਾਰ ਨਹੀਂ ਜੇ 4 ਪੈਸੇ ਇਕੱਠੇ ਹੋਣ ਤੇ ਛੱਡ ਦੇਗਾ ਕੰਮ ਯਾਰ। ਕਿਹੜੀ ਬਦਤਮੀਜ਼ੀ ਯਾਰ ਛੱਡ ਦੇ ਚੁੱਪ ਕਰ ਯਾਰ ਜਾ। ਜੇ ਤੇ ਫ੍ਰੀ ਦੇ ਸਵਾਲ ਪੁੱਛੇਗਾ ਫਿਰ ਮੈਂ ਛੱਡ ਦਾਂਗਾ ਜੇ ਤੁਸੀਂ ਪੁੱਛ ਰਹੇ ਹੋ ਫਿਰ ਮੈਂ ਕਰਦਾ ਰਹਾਂ ਲੇਕਿਨ ਮੈਂ ਐਪਰੀਸ਼ੀਏਟ ਰੰਗ ਰੂਪ ਦਾ ਵੀ ਕੁਝ ਕਰਾਣਾ ਦੇਖਦੇ ਬਾਲਰ ਦਾ ਨਹੀਂ ਨਹੀਂ ਆਈ ਐਪਰੀਸ਼ੀਏਟ ਦੇਖਦੇ ਬਾਲਰ ਕੇ ਨੈਣ ਨਕਸ਼ਲੀ ਫਿਰਦਾ ਵਾ ਸਾਰੇ ਯਾਰ ਚੁੱਪ ਕਰ ਫਿਰ ਇੱਕ ਵਾਰੀ ਦੇਖਦੇ ਮੈਂ ਕਿਹਾ ਰੰਗ ਦਾ ਵੀ ਕੁਝ ਕਰਾਈ ਨਾ ਦੇਖਦੇ ਬਾਲਰ ਕੇ ਨੈਣ ਨਕਸ਼ਲੀ ਫਿਰਦਾ ਵਾ ਦੇਖਦੇ ਬਾਲਣ ਥੋੜਾ ਸਲੋ ਕਰ ਹਮੇ ਪਾਲਣ ਲੜ ਗਏ। ਥੋੜਾ ਸਲੋ ਕਰ ਕੋਸ਼ਿਸ਼ ਕਰ ਚਲੋ ਜੀ ਮੈਂ ਤੇ ਡਬਲਿੰਗ ਕਰਨੀ ਆ ਵੀ ਤੂੰ ਤਾਂ ਮੇਰਾ ਸਲੋਮੋ ਬਣਾਉਣ ਟੁਰਿਆ ਯਾਰ ਇਹਦੀ ਲੌਜੀਕ ਹੀ ਨਹੀਂ ਬਣਦੀ ਵੀ ਮੈਂ ਚਲੋ ਜੀ ਮੈਂ ਕਿਹਾ ਰੰਗ ਸਾਹ ਲੱਗਦਾ ਸੁਣਦਾ ਪੈ ਜਾਂਦਾ ਰੂਪ ਦਾ ਵੀ ਕੁਝ ਕਰਾਈ ਪੈ ਜਾਂਦਾ ਆ ਲੱਖ ਉਹ ਯਾਰ ਕੀ ਕਰਦੇ ਹੁੰਦੇ ਹੋ ਯਾਰ? ਭਾਈ ਸ਼ੋਅ ਡਿਆ ਜੁਗ ਤਾਂ ਪੂਰੀ ਪਹੁੰਚਾਉਣੀ ਆਵਾਮ ਤੱਕ ਕੋ ਆਵਾਮ ਘਰ ਦੇ ਪਥਰਾਓ ਕਰਕੇ ਗਏ ਨੇ ਸਾਡੇ ਤੱਕ ਪਹੁੰਚਦੇ ਨਹੀਂ ਰੰਗ ਰੂਪ ਦਾ ਵੀ ਕੁਝ ਕਰਾ ਦੇਖਦੇ ਬਾਲਣ ਵਰਗੇ ਨੈਣ ਨਸ਼ ਲਈ ਫਿਰਦਾ ਵਾ ਕੁਝ ਸਮਝ ਲੱਗੀ ਕਿ ਨਹੀਂ ਹਾਂ ਐਦਾਂ ਹੀ ਸਾਰੀ ਗੱਲ ਉਹ ਬੱਚਿਆਂ ਦੇ ਮਾਂ ਨੂੰ ਲਾਣਾ ਬਣ ਇਹ ਗੱਲ ਨੂੰ ਪੂਰੀ ਤਰਤੀਬ ਦੇਣ ਦੇ ਬਸ ਠੀਕ ਆ ਬਾਤ ਕਰਦੇ ਹਾਂ ਅੱਛਾ ਉਹ ਭਾਈ ਤੇਰੇ ਸਵਾਲ ਉਧਰ ਕਰੀ ਜਿਹੜੇ ਘੰਟੇ ਦਾ ਮੈਂ ਸ਼ੋਅ ਕਰਦਾ ਤੇਰੇ ਤੋਂ ਤੈਨੂੰ ਪਤਾ ਨਹੀਂ ਤੂੰ ਵਿਕਣ ਡਿਆ ਵਾ ਯਾਰ ਜੋ ਵੀ ਹੈ ਜਿਸ ਤਰ੍ਹਾਂ ਵੀ ਹੈ ਮੈਂ ਐਪਰੀਸ਼ੀਏਟ ਕਰਦਾ ਵਾਂ ਦਾਨਿਸ਼ ਨੂੰ ਸੱਚੀ ਮੁੱਠੀ ਯਾਰ ਕਿ ਇਹਨੇ ਹਾਲਾਤ ਦਾ ਸਾਹਮਣਾ ਕੀਤਾ। ਹਾਂਜੀ ਬਾਲ ਸਾਹਿਬ ਨੇ ਘਰੋਂ ਬਾਹਰ ਕੱਢਤਾ ਕਿਉਂਕਿ ਨਹੀਂ ਘਬਰਾਇਆ ਜੋ ਵੀ ਜਿਸ ਤਰ੍ਹਾਂ ਛੋਟੇ ਕਰਾਏ ਜਿੱਦਾਂ ਯਾਰ ਉਹਨੇ ਕਿਤੇ ਨਹੀਂ ਕਿਹਾ ਵਾਲਾ ਸਾਹਿਬ ਨੇ ਘਰੋਂ ਕੱਢਦਾ ਮੈਂ ਕਹਿਣ ਡਿਆ ਵਾਂ ਮੇਰਾ ਦਿਲ ਮੰਨ ਰਿਹਾ। ਨਹੀਂ ਤੇ ਯਾਰ ਅੱਛਾ ਕਾਲੂ ਤੂੰ ਵੀ ਮਤਲਬ ਇਸੇ ਫੀਲਡ ਦੇ ਵਿੱਚ ਤੇਰਾ ਵੀ ਘਰਦਿਆਂ ਨੇ ਮੁਖਾਲਫਤ ਕੀਤੀ ਕਿ ਨਹੀਂ ਯਾਰ ਫਰੀਦ ਇੱਥੇ ਤੂੰ ਹੀ ਆ ਜਾਣਾ ਸੀਗਾ ਯਾਰ ਆਹੋ ਯਾਰ ਜਾਂ ਤੂੰ ਹੀ ਕਰ ਲੈ ਸਾਰਾ ਯਾਰ ਵੈਸੇ ਹੀ ਮੈਂ ਕਿਹਾ ਚਲੋ ਐਵੇਂ ਐਡਮਾ ਕਰਦਾ। ਅੱਛਾ ਕਾਲੂ ਅਸੀਂ ਤੇਰੀ ਫੈਮਿਲੀ ਜਿਹੜੀ ਹੈ ਯਾਰ ਭਾਈ ਬਹੁਤ ਅੱਛੇ ਅਜੇ ਹੁਣ ਕੀ ਪ੍ਰੋਟੋਕੋਲ ਤੇਰਾ ਹੈ ਉਹ ਕੋਈ ਕਿਵੇਂ ਕਾਰਬਨ ਪੇਪਰ ਇੱਕ ਕਰਾ ਲਓ ਜੋ ਕਹੀ ਸੀ ਮੈਂ ਇੱਧਰ ਆਈ ਉਹ ਨਹੀਂ ਯਾਰ ਇਹ ਛੱਡ ਦੇ ਯਾਰ ਈਜ਼ੀ ਲੇਕਿਨ ਯਾਰ ਅਸੀਂ ਦਾਨਿਸ਼ ਨੂੰ ਐਪਰੀਸ਼ੀਏਟ ਕਰਦੇ ਹਾਂ ਇਹਨੇ ਹਾਲਾਤ ਦਾ ਮੁਕਾਬਲਾ ਕੀਤਾ ਇੱਕ ਅੱਛਾ ਐਕਟਰ ਹੈ ਅੱਛੀ ਗੱਲ ਕਰਨ ਵਾਲਾ ਤੁਸੀਂ ਬਲੀਵ ਕਰੋ ਕਿ ਮੈਂ ਪਾਕਿਸਤਾਨ ਦੇ ਵੱਡੇ ਤੋਂ ਵੱਡੇ ਸੈਲੀਬ੍ਰਿਟੀ ਨੂੰ ਮਿਲਿਆ ਵਾਂ ਉਹਨੇ ਸਾਡੀ ਟੀਮ ਦਾ ਨਾਮ ਲਿਆ ਤੇ ਸਪੈਸ਼ਲ ਦਾਨਿਸ਼ ਦਾ ਵੀ ਨਾਮ ਲਿਆ ਇੱਕ ਉਹ ਨੂरुल हसन साहब सन उन्होंने क्या कहते यार वो जो मुश्किल उर्दू वाली शायरी करता है ना वो बहुत अच्छी शायरी करता है और एक साथ में फैसल रामी मिठापुरी ये वो सारे तारीफां ही कीतियां ने यार वो तारीफां क्यों कि ਤੁਹਾਡੇ ਕੰਮ ਦੀਆਂ ਤਾਰੀਫਾਂ ਨੇ ਹਾਂਜੀ क्योंकि वो कहते हैं कि पढ़ोगे लिखोगे मनोगे वहां बोलोगे लोग खराब हो जाओगे ठीक है ये खराब नहीं हो मेहनत करो ਉਹ ਭਾਈ ਅੱਛਾ ਗੱਲ ਸੁਣ ਲਿਆ ਯਾਰ ਇੱਕ ਮਿੰਟ ਭਾਈ ਤੋਪਿਆ ਉਹ ਗੁੱਪਿਆ ਇੱਕ ਮਿੰਟ ਯਾਰ ਕੀ ਮਸਲਾ ਤੈਨੂੰ ਓਏ ਤੈਨੂੰ ਅੱਜ ਸ਼ੇਰ ਸਿੱਧਾ ਪੜੋਗੇ ਲਿਖੋਗੇ ਤਾਂ ਪੜੋਗੇ ਨਵਾਬ ਉਹ ਭਾਈ ਉਹੀ ਆ ਅੱਲਾ ਦਿਖਾਉਂਦਾ ਮੇਰੇ ਤੋਂ ਬਹੁਤ ਬਹੁਤ ਸਵੀਟ ਵਾਲੇ ਬੈਠੇ ਆ ਇਹਨੇ ਸੋਚ ਨਹੀਂ ਪਾਣੀ ਬਣੋ ਕਰਾ ਸੈੱਟ ਕਿ ਉਹ ਯਾਰ ਮੈਨੂੰ ਨਹੀਂ ਸ਼ੇਰ ਤੂੰ ਕਹਿ ਦੇ पढ़ोगे लिखोगे होगे बनोगे नवाब। बनोगे नवाब खेलोगे कूदोगे तो होगे होगे नवाब खेलोगे कूदोगे तो होगे खराब ਓਏ ਚੰਗਾ ਭਲਾ ਐਂਕਰ ਦਾ ਕੰਮ ਹੋਣ ਵਾਲਾ ਮੈਂ ਕਿੱਥੋਂ ਚੁੱਕ ਲਿਆਂਦਾ ਐਂਕਰ ਨੂੰ ਯਾਰ ਖੁੱਲਿਆ ਪਿਆ ਐਂਕਰ ਯਾਰ ਕਿਤੇ नाज़रीन एक साड़ी बहुत अच्छी फिल्म आ रही है टेली फिल्म सजाद जानी ऑफिशियल की तरफ से आवाम के लिए बहुत खूबसूरत गिफ्ट सजाद जानी ऑफिशियल की पहली टेली फिल्म इंशाल्लाह ताला उसका काम जो प्रॉप्स वगैरह वो मैं जाके मंगवाई है वो जल्दी आ जाएगी और उसका काम जो है ना
अगस्त से पहले शुरू हो जाएगा। और उस फिल्म के हीरो मिठापुरिया साहब आए फैसल में फर्स्ट पे, सेकंड 2 विलन, माशाल्लाह ਉਹਦੀ ਸਾਰੀ स्टोरी भी कंप्लीट हो गई है, प्रॉप्स वगैरह भी सारा कुछ आ गया। वो अगस्त तो वो फिल्म शुरू हो जाएगी। यार सबसे पहले तो अगर आप उर्दू बोल रहे हैं तो इसमें फिल्म नहीं कहा जा सकता, फिल्म कहेंगे, फिल्म। यार जो भी है इंशाल्लाह ताला पिया हो गया। जल्दी अपना ख्याल रखिएगा, अपनी दुआओं में याद रखिएगा। अल्लाह पाक आप सबको खुश रखे। थैंक यू सो मच। अल्लाह हाफिज।